ਤਾਂ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ। ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਜਰਾ ਜੀ ਪੋਲੀਟੀ ਦੀ ਨੈਕਸਟ ਕਲਾਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਚੈਪਟਰ ਕਰਨ ਵਾਲੇ ਆ ਉਹ ਕਰਨ ਵਾਲੇ ਆ ਜੀ ਰਾਜ ਸਰਕਾਰ ਯਾਨੀ ਕਿ ਸਟੇਟ ਗੌਰਮੈਂਟ। ਠੀਕ ਹੈ, ਪੋਲੀਟੀ ਦੀ ਬਾਕੀ ਸਾਰੇ ਚੈਪਟਰ ਜਿੰਨੇ ਵੀ ਚੈਪਟਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਨਾ ਸਿਲੇਬਸ ਦੇ, ਇਹ ਸਾਰੇ ਕਵਰ ਹੋ ਚੁੱਕੇ ਨੇ। ਇਹਨਾਂ ਸਾਰੀ ਵੀਡੀਓਜ਼ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਅੱਜ ਆਪਣੇ ਕੋਲ ਪੋਲੀਟੀ ਦਾ ਲਾਸਟ ਚੈਪਟਰ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਸਾਰੇ ਹੀ ਚੈਪਟਰ ਦੇ ਵਿੱਚੋਂ ਟੌਪ 50 MCQ ਦੀ ਜਿਹੜੀ ਨੈਕਸਟ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਆਪਾਂ ਜਿਹੜੇ ਨੇ ਮੇਨ ਇੰਪੋਰਟੈਂਟ ਜਿਹੜੇ ਨੇ MCQ ਸੋਲਵ ਕਰਾਂਗੇ, ਜਿਸ ਦੇ ਥਰੂ ਤੁਸੀਂ ਜਿਹੜਾ ਆਪਣਾ ਚੈੱਕਆਊਟ ਕਰ ਸਕਦੇ ਹੋ ਕਿ ਤੁਹਾਡੀ ਪੋਲੀਟੀ ਦੀ ਜਿਹੜੀ ਤਿਆਰੀ ਆ ਉਹ ਕਿਸ ਲੈਵਲ ਤੱਕ ਦੀ ਹੋਗੀ। ਠੀਕ ਹੈ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ। 3 ਤੋਂ 4 ਕੁਐਸਚਨ ਜਿਹੜੇ ਨੇ ਪੋਲੀਟੀ ਦੇ ਵਿੱਚ ਬਣਨੇ ਬਿਲਕੁਲ ਕਨਫਰਮ ਨੇ ਕਿ 3 ਤੋਂ 4 ਕੁਐਸਚਨ ਬਣਨਗੇ ਹੀ ਬਣਨਗੇ। ਠੀਕ ਹੈ, ਤਾਂ ਤੁਸੀਂ ਇਸ ਕਰਕੇ ਜ਼ਰੂਰ ਡਿਟੇਲ ਦੇ ਨਾਲ ਸਾਰੀਆਂ ਕਲਾਸਿਸ ਅਟੈਂਡ ਕਰਿਆ ਕਰੋ, ਸਾਰੇ MCQ ਸੋਲਵ ਕਰਿਆ ਕਰੋ। ਠੀਕ ਹੈ, ਤਾਂ ਆਓ ਹੁਣ ਆਪਾਂ ਸਟਾਰਟ ਕਰਦੇ ਹਾਂ। ਚੈਪਟਰ ਦਾ ਨਾਮ ਹੈ ਜੀ ਰਾਜ ਸਰਕਾਰ। ਤਾਂ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਕਵਰ ਕੀਤੀ ਸੀ ਉਹ ਕੀਤੀ ਸੀ ਜੀ ਕੇਂਦਰੀ ਸਰਕਾਰ। ਹੁਣ ਆਪਾਂ ਕਰਨ ਜਾ ਰਹੇ ਹਾਂ ਜੀ ਰਾਜ ਸਰਕਾਰ। ਭਾਰਤ ਵਿੱਚ ਕਿਹੜੀ ਪ੍ਰਣਾਲੀ ਹੈ ਜੀ? ਭਾਰਤ ਦੇ ਵਿੱਚ ਹੈਗੀ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ, ਜਿਸ ਦੇ ਵਿੱਚ ਸਰਕਾਰਾਂ ਦੋ ਵੱਖ-ਵੱਖ ਲੈਵਲਸ 'ਤੇ ਕੰਮ ਕਰਦੀਆਂ ਨੇ। ਇੱਕ ਹੈਗਾ ਜੀ ਕੇਂਦਰੀ ਲੈਵਲ ਯਾਨੀ ਕਿ ਸੈਂਟਰਲ ਗੌਰਮੈਂਟ। ਠੀਕ ਹੈ, ਇੱਕ ਹੈਗਾ ਰਾਜ ਲੈਵਲ ਯਾਨੀ ਕਿ ਸਟੇਟ ਗੌਰਮੈਂਟ। ਓਕੇ, ਸੰਘੀ ਜਾਂ ਕੇਂਦਰੀ, ਦੇਖੋ ਕੇਂਦਰੀ ਸਰਕਾਰ ਨੂੰ ਸੰਘੀ ਸਰਕਾਰ ਵੀ ਕਹਿੰਦੇ ਨੇ। ਠੀਕ ਹੈ, ਯਾਦ ਰੱਖਿਓ। ਕੇਂਦਰੀ ਸਰਕਾਰ ਜਿਹੜੀ ਹੈ ਸਾਰੇ ਹੀ ਦੇਸ਼ ਦਾ ਸ਼ਾਸਨ ਚਲਾਉਂਦੀ ਹੈ, ਲੇਕਿਨ ਰਾਜ ਸਰਕਾਰਾਂ ਸਿਰਫ ਆਪਣੇ ਸੀਮਿਤ ਖੇਤਰ ਦੇ ਵਿੱਚ, ਜਿਸ ਤਰ੍ਹਾਂ ਕਿ ਪੰਜਾਬ ਰਾਜ ਹੈ ਨਾ, ਤਾਂ ਪੰਜਾਬ ਰਾਜ ਦੇ ਵਿੱਚ ਪੰਜਾਬ ਸਰਕਾਰ ਆਪਣਾ ਸ਼ਾਸਨ ਚਲਾਊਗੀ। ਕਰੀਏ ਕਿ ਸਭ ਤੋਂ ਜ਼ਿਆਦਾ ਪਾਵਰਸ ਕਿਹਦੇ ਕੋਲ ਨੇ? ਸਟੇਟ ਗੌਰਮੈਂਟ ਕੋਲ ਨੇ ਜਾਂ ਸਟੇਟ ਗੌਰਮੈਂਟ ਕੋਲ ਨੇ ਜਾਂ ਸੈਂਟਰਲ ਗੌਰਮੈਂਟ ਕੋਲ ਨੇ? ਤਾਂ ਸਭ ਤੋਂ ਵੱਧ ਪਾਵਰਸ ਹੈਗੀਆਂ ਨੇ ਜੀ ਸੈਂਟਰਲ ਗੌਰਮੈਂਟ ਕੋਲ। ਠੀਕ ਹੈ, ਕਿਉਂਕਿ ਰਾਜ ਸਰਕਾਰਾਂ ਜਿਹੜੀਆਂ ਨੇ ਸੈਂਟਰਲ ਗੌਰਮੈਂਟ ਦੇ ਅੰਡਰ ਹੀ ਕੰਮ ਕਰਦੀਆਂ ਨੇ। ਜੇਕਰ ਕੋਈ ਮੰਨ ਲਓ ਆਪਣੇ ਰਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕਟ ਆਉਂਦਾ ਹੈ, ਕੋਈ ਫਾਈਨੈਂਸ਼ੀਅਲ ਹੋ ਗਿਆ, ਚਾਹੇ ਕਿਸੇ ਵੀ ਤਰ੍ਹਾਂ ਦਾ, ਤਾਂ ਉਹ ਸਾਰਾ ਸਭ ਤੋਂ ਪਹਿਲਾਂ ਹੈਲਪ ਜਿਹੜੀ ਹੈ ਕੇਂਦਰ ਸਰਕਾਰ ਦੀ ਹੀ ਮੰਗੂਗਾ। ਡੇਟਾ ਕੋਈ ਵੀ ਹੈ। ਠੀਕ ਹੈ, ਤਾਂ ਜਿਹੜਾ ਭਾਰਤੀ ਸੰਵਿਧਾਨ ਹੈ ਉਸ ਦੇ ਅਨੁਸਾਰ ਦੋਨੋਂ ਹੀ ਗੌਰਮੈਂਟਸ ਦੇ ਵਿੱਚ ਜਿਹੜੀ ਹੈ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਦੋਨਾਂ ਨੂੰ ਪਾਵਰਸ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ। ਕੇਂਦਰ ਸਰਕਾਰ ਜਿਹੜੀ ਹੈ ਕੇਂਦਰੀ ਸੂਚੀ ਉੱਤੇ ਅਤੇ ਰਾਜ ਸਰਕਾਰਾਂ ਰਾਜ ਸੂਚੀ ਉੱਤੇ ਕਾਨੂੰਨ ਬਣਾ ਸਕਦੀਆਂ ਨੇ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ 3 ਤਰ੍ਹਾਂ ਦੀਆਂ ਸੂਚੀ ਨੇ ਆਪਣੇ ਸੰਵਿਧਾਨ ਦੇ ਵਿੱਚ। ਕੁਐਸਚਨ ਆ ਸਕਦਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਸੂਚੀਆਂ ਨੇ? 3 ਸੂਚੀਆਂ ਨੇ। ਕਿਹੜੀਆਂ ਨੇ ਜੀ? ਕੇਂਦਰੀ ਸੂਚੀ, ਰਾਜ ਸੂਚੀ ਤੇ ਤੀਜੀ ਹੈਗੀ ਹੈ ਸਮਵਰਤੀ ਸੂਚੀ। ਠੀਕ ਹੈ, 3 ਸੂਚੀਆਂ ਨੇ। ਜਿਹੜੀ ਕੇਂਦਰੀ ਸਰਕਾਰ ਹੈ ਉਸ ਤੇ ਜਿਹੜੀ ਕੇਂਦਰੀ ਸਰਕਾਰ ਹੈ ਕੇਂਦਰੀ ਸੂਚੀ ਤੇ ਕਾਨੂੰਨ ਬਣਾਉਂਦੀ ਹੈ, ਤੇ ਰਾਜ ਸਰਕਾਰਾਂ ਨੇ ਉਹ ਰਾਜ ਸੂਚੀ ਤੇ ਕਾਨੂੰਨ ਬਣਾਉਂਦੀਆਂ ਨੇ। ਓਕੇ, ਤੇ ਜਿਹੜਾ ਸਮਵਰਤੀ ਸੂਚੀ ਆ ਉਹ ਵਾਲੇ ਕਾਨੂੰਨ ਜਿਹੜੇ ਕਿ ਨਾ ਤਾਂ ਕੇਂਦਰੀ ਸਰਕਾਰ ਦੇ ਅੰਦਰ ਆਉਂਦੇ ਨੇ ਨਾ ਰਾਜ ਸਰਕਾਰਾਂ ਦੇ ਅੰਦਰ ਆਉਂਦੇ ਨੇ, ਤਾਂ ਫਿਰ ਉਹ ਸਮਵਰਤੀ ਸੂਚੀ ਦੇ ਅੰਦਰ ਬਣਾਏ ਜਾਂਦੇ ਨੇ। ਓਕੇ, ਹੁਣ ਇਸ ਸਮੇਂ ਭਾਰਤ ਦੇ ਵਿੱਚ 28 ਰਾਜ ਸਰਕਾਰਾਂ ਨੇ। ਠੀਕ ਹੈ, 28 ਰਾਜ ਸਰਕਾਰਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ, ਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਪਣੇ ਕੋਲ ਇਸ ਟਾਈਮ ਦੀ ਜੇ ਗੱਲ ਕਰੀਏ। ਠੀਕ ਹੈ, 28 ਆਪਣੇ ਕੋਲ ਕੀ ਨੇ? ਸਟੇਟ ਗੌਰਮੈਂਟਸ ਨੇ। ਸਟੇਟਸ ਕਿੰਨੀਆਂ ਨੇ ਆਪਣੇ ਇੰਡੀਆ ਦੇ ਵਿੱਚ? 28 ਨੇ ਇਸ ਟਾਈਮ, ਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਇਹਨਾਂ ਵਿੱਚੋਂ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ। ਕੁਐਸਚਨ ਆ ਸਕਦਾ ਹੈ। ਦਿੱਲੀ ਦੀ ਆਪਣੀ ਵਿਧਾਨ ਸਭਾ ਜਿਸਦੇ ਕਿ 70 ਮੈਂਬਰ ਹਨ। ਦਿੱਲੀ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੀ 7 ਮੈਂਬਰੀ ਮੰਤਰੀ ਪ੍ਰੀਸ਼ਦ ਹੈ। ਕਿੰਨੇ ਮੈਂਬਰੀ? 7 ਮੈਂਬਰੀ। ਬਾਕੀ ਦੇ ਸੰਘੀ ਖੇਤਰ ਜਿਹੜੇ ਨੇ ਉਹਨਾਂ ਦਾ ਜਿੰਨਾ ਵੀ ਪ੍ਰਸ਼ਾਸਨ ਹੈ ਕੇਂਦਰ ਸਰਕਾਰ ਦੇ ਅੰਦਰ ਹੀ ਆਉਂਦਾ ਹੈ। ਠੀਕ ਹੈ, ਰਾਜ ਵਿਧਾਨ ਪਾਲਿਕਾ, ਦੇਖੋ ਪਹਿਲਾਂ ਆਪਾਂ ਨੇ ਕੇਂਦਰੀ ਸਰਕਾਰ ਦੇ ਵਿੱਚ 3 ਪਾਰਟ ਕਰੇ ਸੀਗੇ ਹਨਾ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਹੁਣ ਆਪਾਂ ਰਾਜ ਸਰਕਾਰ ਦੇ ਵਿੱਚ ਵੀ ਉਸੇ ਤਰ੍ਹਾਂ ਕਰਾਂਗੇ। ਤਾਂ ਜੇਕਰ ਹੁਣ ਗੱਲ ਕਰੀਏ ਰਾਜ ਵਿਧਾਨ ਪਾਲਿਕਾ ਦੀ, ਤਾਂ ਸੰਵਿਧਾਨ ਦੇ ਵਿੱਚ ਜਿਹੜੇ ਰਾਜ ਦੇ ਲੋਕ ਨੇ ਉਹਨਾਂ ਦੇ ਲਈ ਕਾਨੂੰਨ ਬਣਾਉਣੇ ਨੇ ਜਿਹੜੇ ਉਹ ਉਹਨਾਂ ਦੇ ਲਈ ਰਾਜ ਵਿਧਾਨ ਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਤਰ੍ਹਾਂ ਕਿ ਦੇਖੋ ਬਿਹਾਰ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਝਾਰਖੰਡ ਸਮੇਤ 6 ਰਾਜਾਂ ਵਿੱਚ 2 ਸਦਨੀ ਵਿਧਾਨ ਪਾਲਿਕਾ ਹੈ। ਕਿੰਨੇ ਰਾਜਾਂ ਦੇ ਵਿੱਚ? 6 ਰਾਜਾਂ ਦੇ ਵਿੱਚ। ਕੁਐਸਚਨ ਆ ਸਕਦਾ ਕਿ ਕਿੰਨੇ ਰਾਜਾਂ ਦੇ ਵਿੱਚ 2 ਸਦਨੀ ਵਿਧਾਨ ਪਾਲਿਕਾ? ਤਾਂ ਇਹ 6 ਰਾਜਾਂ ਦੇ ਵਿੱਚ ਹੈ। ਕਿਹੜੀ ਹੈ? ਬਿਹਾਰ, ਜੰਮੂ ਕਸ਼ਮੀਰ, UP, ਕਰਨਾਟਕ, ਮਹਾਰਾਸ਼ਟਰ ਤੇ ਝਾਰਖੰਡ। ਓਕੇ, ਬਾਕੀ ਦੇ ਜਿੰਨੇ ਵੀ ਸਟੇਟਸ ਨੇ ਉਹਨਾਂ ਸਾਰਿਆਂ ਦੇ ਵਿੱਚ 1 ਸਦਨੀ ਵਿਧਾਨ ਪਾਲਿਕਾ ਹੈ। ਕੁਐਸਚਨ ਆ ਸਕਦਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਵਿਧਾਨ ਪਾਲਿਕਾ ਹੈ? ਤਾਂ 1 ਸਦਨੀ ਵਿਧਾਨ ਪਾਲਿਕਾ ਹੈ। ਠੀਕ ਹੈ, ਤੇ ਰਾਜਾਂ ਦੇ ਹੇਠਲੇ ਸਦਨ ਨੂੰ ਵਿਧਾਨ ਸਭਾ ਕਹਿੰਦੇ ਨੇ, ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਹਿੰਦੇ ਨੇ। ਜਿਸ ਤਰ੍ਹਾਂ ਕਿ ਆਪਾਂ ਨੇ ਸੰਸਦ ਦੇ ਵਿੱਚ ਪੜ੍ਹਿਆ ਸੀ ਕਿ ਹੇਠਲਾ ਸਦਨ ਲੋਕ ਸਭਾ ਤੇ ਉੱਪਰਲਾ ਸਦਨ ਰਾਜ ਸਭਾ, ਇਸੇ ਤਰ੍ਹਾਂ ਰਾਜਾਂ ਦੇ ਹੇਠਲੇ ਸਦਨ ਨੂੰ ਵਿਧਾਨ ਸਭਾ ਤੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ। ਠੀਕ ਹੈ, ਵਿਧਾਨ ਸਭਾ ਜਿਹੜੀ ਹੈ ਰਾਜ ਦੇ ਲੋਕਾਂ ਦੁਆਰਾ ਪ੍ਰਤੱਖ ਅਤੇ ਵਿਧਾਨ ਪ੍ਰੀਸ਼ਦ ਅਪ੍ਰਤੱਖ ਢੰਗ ਨਾਲ ਜਿਹੜੀ ਹੈ ਚੁਣੀ ਜਾਂਦੀ ਹੈ। ਇਹ ਇੰਪੋਰਟੈਂਟ ਹੈ, ਯਾਦ ਰੱਖਿਓ। ਠੀਕ ਹੈ, ਜਿਹੜੀ ਵਿਧਾਨ ਸਭਾ ਹੈ ਉਸ ਦੀ ਚੋਣ ਡਾਇਰੈਕਟ ਲੋਕਾਂ ਦੁਆਰਾ ਹੁੰਦੀ ਹੈ। ਰਾਜ ਦੇ ਜਿਹੜੇ ਸਟੇਟ ਦੇ ਵਿੱਚ ਰਹਿੰਦੇ ਨੇ ਵਿਧਾਨ ਪ੍ਰੀਸ਼ਦ ਦੀ ਅਪ੍ਰਤੱਖ ਤੌਰ 'ਤੇ ਹੁੰਦੀ ਹੈ। ਹੁਣ ਆਪਾਂ ਇਹਨਾਂ ਦੋਨਾਂ ਬਾਰੇ ਪੜ੍ਹਾਂਗੇ। ਪਹਿਲਾਂ ਵਿਧਾਨ ਸਭਾ ਬਾਰੇ ਪੜ੍ਹਾਂਗੇ, ਫਿਰ ਵਿਧਾਨ ਪ੍ਰੀਸ਼ਦ ਬਾਰੇ ਪੜ੍ਹਾਂਗੇ, ਫਿਰ ਤੁਹਾਨੂੰ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਕਲੀਅਰ ਹੋ ਜਾਏਗਾ। ਓਕੇ, ਤਾਂ ਹੁਣ ਆਪਾਂ ਵਿਧਾਨ ਸਭਾ ਪੜ੍ਹਦੇ ਹਾਂ। ਮੌਲਿਕ ਸੰਵਿਧਾਨ ਦੇ ਅਨੁਸਾਰ ਰਾਜ ਵਿਧਾਨ ਸਭਾ ਦੇ ਘੱਟੋ ਘੱਟ 60 ਮੈਂਬਰ ਅਤੇ ਵੱਧ ਤੋਂ ਵੱਧ 500 ਮੈਂਬਰ ਹੋ ਸਕਦੇ ਨੇ। ਕੁਐਸਚਨ ਆ ਸਕਦਾ ਕਿ ਵਿਧਾਨ ਸਭਾ ਦੇ ਘੱਟ ਤੋਂ ਘੱਟ ਮੈਂਬਰ ਕਿੰਨੇ ਹੋ ਸਕਦੇ ਨੇ? ਤਾਂ 60 ਹੋ ਸਕਦੇ ਨੇ ਘੱਟ ਤੋਂ ਘੱਟ, ਤੇ ਵੱਧ ਕਿੰਨੇ ਨੇ? 500।
ਠੀਕ ਹੈ। ਇਸ ਸਮੇਂ ਪੰਜਾਬ ਦੀ ਜੇ ਗੱਲ ਕਰੀਏ ਕਿੰਨੇ ਮੈਂਬਰ ਨੇ, ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 117 ਮੈਂਬਰ ਨੇ। ਵਿਧਾਨ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਜਿਹੜੀ ਹੈ ਕਿਸ ਤਰ੍ਹਾਂ ਹੁੰਦੀ ਹੈ, ਉਹ ਪ੍ਰਤੱਖ ਰੂਪ ਨਾਲ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਠੀਕ ਹੈ, ਡਾਇਰੈਕਟ ਵੇ ਦੇ ਨਾਲ ਹੁੰਦੀ ਹੈ, ਜਿਹੜੇ ਕਿ ਰਾਜ ਦੇ ਲੋਕ ਨੇ ਉਹਨਾਂ ਦੁਆਰਾ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਤੇ ਉਸ ਦੇ ਲਈ ਵਿਧਾਨ ਸਭਾ ਦਾ ਮੈਂਬਰ ਬਣਨ ਦੇ ਲਈ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਨੇ, ਉਹੀ ਨੇ ਜੋ ਆਪਾਂ ਨੇ ਪਿੱਛੇ ਵੀ ਪੜ੍ਹੀਆਂ ਨੇ। ਭਾਰਤ ਦਾ ਨਾਗਰਿਕ ਹੋਵੇ, ਜੋ ਲੋਕ ਸਭਾ ਦੇ ਨਾਗਰਿਕ ਦੀਆਂ ਨੇ ਨਾ, ਸੇਮ ਉਹੀ ਜਿਹੜੀਆਂ ਨੇ ਵਿਧਾਨ ਸਭਾ ਦੇ ਮੈਂਬਰ ਦੀਆਂ ਨੇ। ਠੀਕ ਹੈ, 25 ਸਾਲ ਉਮਰ ਹੋਣੀ ਚਾਹੀਦੀ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਮਾਨਸਿਕ ਨੁਕਸ ਨਾ ਹੋਵੇ, ਜਾਂ ਕਿਸੇ ਸਰਕਾਰੀ ਅਹੁਦੇ 'ਤੇ ਜਿਹੜਾ ਉਹ ਨਾ ਲੱਗਿਆ ਹੋਵੇ। ਠੀਕ ਹੈ, ਵਿਧਾਨ ਸਭਾ ਦੇ ਜੇ ਕਾਰਜਕਾਲ ਦੀ ਗੱਲ ਕਰੀਏ ਕਿ ਕਿੰਨਾ ਟਾਈਮ ਕੰਮ ਕਰਦੇ ਨੇ, ਤਾਂ ਉਹ 5 ਸਾਲ ਦਾ ਹੁੰਦਾ ਹੈ। ਰਾਜਪਾਲ ਇਸ ਕਾਰਜਕਾਲ ਤੋਂ ਪਹਿਲਾਂ ਵੀ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਹੈ। ਕਿਸ ਤਰੀਕੇ ਨਾਲ ਕਰ ਸਕਦਾ ਹੈ, ਜਿਹੜਾ ਰਾਸ਼ਟਰਪਤੀ ਹੈ, ਜਦੋਂ ਰਾਸ਼ਟਰੀ ਸੰਕਟ ਕਾਲ ਹੁੰਦਾ ਹੈ ਤਾਂ ਉਸ ਸਮੇਂ ਇਸ ਦੀ ਮਿਆਦ ਜਿਹੜੀ ਹੈ 1 ਸਾਲ ਤੋਂ ਵੀ ਜ਼ਿਆਦਾ ਵਧਾ ਸਕਦਾ ਹੈ। ਰਾਜ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਦੇ ਲਈ ਕੁੱਲ ਮੈਂਬਰਾਂ ਦਾ 1/10 ਭਾਗ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਗਿਆ, ਇਸ ਦਾ ਕੋਰਮ। ਓਕੇ, ਇਹ ਹੈਗਾ ਸੀ ਜੀ ਆਪਣੇ ਕੋਲ ਵਿਧਾਨ ਸਭਾ। ਇਸ ਦੇ ਵਿੱਚ ਆਪਾਂ ਨੇ ਮੈਂਬਰ ਵੀ ਦੇਖੇ, ਕੀ ਯੋਗਤਾਵਾਂ ਹੋਣੀ ਚਾਹੀਦੀਆਂ ਨੇ ਉਹ ਵੀ ਦੇਖਿਆ, ਕਾਰਜਕਾਲ ਵੀ ਦੇਖਿਆ। ਹੁਣ ਆ ਜਾਓ ਜੀ ਵਿਧਾਨ ਪ੍ਰੀਸ਼ਦ ਤੇ ਪੰਜਾਬ ਦੇ ਵਿੱਚ ਕਿਹੜੀ ਵਿਧਾਨ ਪਾਲਿਕਾ ਹੈ ਜੀ, ਇੱਕ ਸਦਨੀ ਵਿਧਾਨ ਪਾਲਿਕਾ ਹੈ। ਠੀਕ ਹੈ, ਯਾਨੀ ਕਿ ਵਿਧਾਨ ਸਭਾ ਹੈਗੀ ਹੈ, ਪੰਜਾਬ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ। ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਕੋਲ ਵਿਧਾਨ ਪ੍ਰੀਸ਼ਦ। ਰਾਜ ਦੀ ਵਿਧਾਨ ਪਾਲਿਕਾ ਦੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਨੇ, ਵਿਧਾਨ ਪ੍ਰੀਸ਼ਦ ਕਹਿੰਦੇ ਨੇ। ਠੀਕ ਹੈ, ਰਾਜ ਦੀ ਵਿਧਾਨ ਪਾਲਿਕਾ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਹਾਂਗੇ। ਵਿਧਾਨ ਪ੍ਰੀਸ਼ਦ ਦੇ ਜੇ ਮੈਂਬਰਾਂ ਦੀ ਗੱਲ ਕਰੀਏ ਤਾਂ ਇਸ ਦੇ ਮੈਂਬਰ ਘੱਟ ਤੋਂ ਘੱਟ ਸੰਖਿਆ ਜਿਹੜੀ ਹੈ 40 ਨਿਸ਼ਚਿਤ ਕੀਤੀ ਗਈ ਹੈ। ਵਿਧਾਨ ਪ੍ਰੀਸ਼ਦ ਦੇ ਮੈਂਬਰ ਜਿਹੜੇ ਨੇ ਉਹ ਵਿਧਾਨ ਸਭਾ ਦੇ ਮੈਂਬਰਾਂ ਦੇ 1/2 ਤੋਂ ਵੱਧ ਨਹੀਂ ਹੋਣੇ ਚਾਹੀਦੇ ਹੈਗੇ। ਵਿਧਾਨ ਪ੍ਰੀਸ਼ਦ ਦੇ 1/3 ਮੈਂਬਰ ਜਿਹੜੇ ਨੇ ਉਹ ਨਗਰ ਪ੍ਰੀਸ਼ਦ, ਜ਼ਿਲ੍ਹਾ ਪ੍ਰੀਸ਼ਦ, ਸੰਸਦ ਦੁਆਰਾ ਨਿਰਧਾਰਿਤ ਸੰਸਥਾਵਾਂ ਦੇ ਮੈਂਬਰਾਂ ਦੁਆਰਾ, 1/3 ਭਾਗ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਤੇ 1/12 ਭਾਗ ਰਾਜ ਦੇ ਸਨਾਤਕਾਂ ਦੁਆਰਾ। ਸਨਾਤਕਾਂ ਮਤਲਬ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਉਹਨਾਂ ਗ੍ਰੈਜੂਏਟਸ ਦੁਆਰਾ, ਜਿਨ੍ਹਾਂ ਨੂੰ ਕਿ ਡਿਗਰੀ ਪ੍ਰਾਪਤ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਪ੍ਰਾਪਤ ਕੀਤਿਆਂ ਡਿਗਰੀ ਨੂੰ ਘੱਟੋ ਘੱਟ 3 ਸਾਲ ਹੋ ਗਏ ਹੋਣ। ਠੀਕ ਹੈ, 1/12 ਹਿੱਸਾ ਸੀਨੀਅਰ ਸੈਕੰਡਰੀ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਦੁਆਰਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਜਾਂਦੇ ਨੇ। ਉਸ ਤੋਂ ਬਾਅਦ ਆ ਬਾਕੀ ਦੇ 1/6 ਮੈਂਬਰ ਰਾਜਪਾਲ ਦੁਆਰਾ ਕਲਾ, ਸਾਹਿਤ, ਵਿਗਿਆਨ, ਸਮਾਜਿਕ ਖੇਤਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੇ ਵਿੱਚੋਂ ਨਾਮਜ਼ਦ ਕੀਤੇ ਜਾਂਦੇ ਨੇ। ਇਹ ਇੰਪੋਰਟੈਂਟ ਹੈ, ਯਾਦ ਰੱਖਿਓ। ਉਸ ਤੋਂ ਬਾਅਦ ਆ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀਆਂ ਯੋਗਤਾਵਾਂ ਵੀ ਵਿਧਾਨ ਸਭਾ ਦੇ ਮੈਂਬਰਾਂ ਵਾਲੀਆਂ ਹੀ ਹੁੰਦੀਆਂ ਨੇ। ਠੀਕ ਹੈ, ਜੋ ਵਿਧਾਨ ਸਭਾ ਦੇ ਮੈਂਬਰ ਬਣਨ ਦੇ ਲਈ ਕੰਡੀਸ਼ਨਸ ਰੱਖੀਆਂ ਗਈਆਂ ਨੇ ਉਹੀ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀਆਂ ਹੁੰਦੀਆਂ ਨੇ, ਸੇਮ ਚੱਲਦੀਆਂ ਨੇ। ਠੀਕ ਹੈ, ਸਿਰਫ ਇਹਨਾਂ ਦੀ ਉਮਰ ਕੀ ਹੈ, ਇੱਕ ਉਮਰ ਦਾ ਫਰਕ ਹੈ ਕਿ ਜਿਹੜਾ ਵਿਧਾਨ ਸਭਾ ਦਾ ਉਹ 25 ਸਾਲ ਦਾ ਵੀ ਹੋ ਸਕਦਾ ਹੈ, ਲੇਕਿਨ ਜਿਹੜਾ ਵਿਧਾਨ ਪ੍ਰੀਸ਼ਦ ਹੈ ਉਹਦੇ ਲਈ ਘੱਟੋ ਘੱਟ 30 ਸਾਲ ਉਮਰ ਹੋਣੀ ਚਾਹੀਦੀ ਹੈ। ਠੀਕ ਹੈ, ਤੇ ਵਿਧਾਨ ਪ੍ਰੀਸ਼ਦ ਕੀ ਹੈ, ਇੱਕ ਸਥਾਈ ਸਦਨ ਹੈ। ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਜਿਹੜੇ ਨੇ ਰਿਟਾਇਰ ਹੋ ਜਾਂਦੇ ਨੇ। ਇਹ ਯਾਦ ਰੱਖਿਓ। ਕੁਐਸਚਨ ਆ ਸਕਦਾ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਵਿੱਚੋਂ ਕਿਹੜਾ ਸਦਨ ਜਿਹੜਾ ਸਥਾਈ ਹੈ, ਪਰਮਾਨੈਂਟ ਹੈ, ਤਾਂ ਉਹ ਵਿਧਾਨ ਪ੍ਰੀਸ਼ਦ ਹੀ ਹੈ। ਠੀਕ ਹੈ, ਜਿਸ ਦੇ ਕਿ ਮੈਂਬਰ ਹਰ 2 ਸਾਲ ਬਾਅਦ ਜਿਹੜੇ ਨੇ ਰਿਟਾਇਰ ਹੋ ਜਾਂਦੇ ਨੇ। ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲ ਹੁੰਦਾ ਹੈ, ਲੇਕਿਨ ਵਿਧਾਨ ਸਭਾ ਦਾ ਕਿੰਨਾ ਹੈ, 5 ਸਾਲ। ਵਿਧਾਨ ਪ੍ਰੀਸ਼ਦ ਆਪਣੇ ਹੀ ਮੈਂਬਰਾਂ ਦੇ ਵਿੱਚੋਂ ਹੀ ਸਦਨ ਦੀ ਕਾਰਵਾਈ ਚਲਾਉਣ ਦੇ ਲਈ ਸਭਾਪਤੀ ਅਤੇ ਉਪ ਸਭਾਪਤੀ ਚੁਣਦੇ ਨੇ। ਠੀਕ ਹੈ, ਸਭਾਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਉਪ ਸਭਾਪਤੀ ਹੀ ਜਿਹੜਾ ਉਸਦਾ ਸਾਰਾ ਕੰਮ ਸੰਭਾਲਦਾ ਹੈ। ਹੁਣ ਗੱਲ ਕਰ ਲਈਏ ਇਹਦੀ ਸ਼ਕਤੀਆਂ ਦੀ। ਠੀਕ ਹੈ, ਵਿਧਾਨ ਪਾਲਿਕਾ ਕੋਲ ਕਿਹੜੀ ਸ਼ਕਤੀਆਂ ਨੇ, ਯਾਨੀ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਕੋਲ। ਪਹਿਲਾਂ ਆ ਜਾਓ ਜੀ ਵਿਧਾਨ ਸਭਾ ਕੋਲ ਕਿਹੜੀਆਂ ਸ਼ਕਤੀਆਂ ਨੇ, ਤਾਂ ਇਹਦੇ ਕੋਲ ਕੁਝ ਵਿਧਾਨਕ ਸ਼ਕਤੀਆਂ ਨੇ। ਕਿਹੜੀਆਂ ਨੇ, ਕਾਨੂੰਨੀ, ਵਿੱਤੀ, ਕਾਰਜਪਾਲਿਕਾ, ਚੋਣਾਂ, ਨਿਆਂ ਸੰਬੰਧੀ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਇਸ ਨੂੰ ਪ੍ਰਾਪਤ ਨੇ। ਰਾਜ ਸੂਚੀ ਅਤੇ ਸਮਵਰਤੀ ਸੂਚੀ ਵਿੱਚ ਦਿੱਤੇ ਗਏ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ। ਕੌਣ, ਵਿਧਾਨ ਸਭਾ। ਰਾਜ ਵਿਧਾਨ ਸਭਾ ਜਿਹੜੀ ਆ ਰਾਜ ਸੂਚੀ ਤੇ ਸਮਵਰਤੀ ਸੂਚੀ ਤੇ ਦਿੱਤੇ ਗਏ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ। ਸਮਵਰਤੀ ਸੂਚੀ ਤੇ ਬਣਾਇਆ ਗਿਆ ਇਸ ਦਾ ਕਾਨੂੰਨ ਜੇਕਰ ਸੰਸਦੀ ਕਾਨੂੰਨ ਨਾਲ ਟਕਰਾਉਂਦਾ ਹੈ ਤਾਂ ਰਾਜ ਦਾ ਕਾਨੂੰਨ ਉਸ ਹੱਦ ਤੱਕ ਰੱਦ ਕਰ ਦਿੱਤਾ ਜਾਂਦਾ ਹੈ ਜਿਸ ਹੱਦ ਤੱਕ ਉਹ ਸੰਸਦੀ ਕਾਨੂੰਨ ਨਾਲ ਟਕਰਾਉਂਦਾ ਹੈ। ਯਾਨੀ ਕਿ ਪਹਿਲ ਜਿਹੜੀ ਹੈ ਸੰਸਦੀ ਕਾਨੂੰਨ ਨੂੰ ਦਿੱਤੀ ਜਾਂਦੀ ਹੈ। ਜੇਕਰ ਕੋਈ ਰਾਜ ਦਾ ਕਾਨੂੰਨ ਸੰਸਦੀ ਕਾਨੂੰਨ ਦੀ ਵਿਰੋਧਤਾ ਕਰਦਾ ਹੈ ਤਾਂ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਸੈਕਿੰਡ ਹੈਗੀ ਜੀ ਵਿੱਤੀ ਸ਼ਕਤੀ, ਯਾਨੀ ਕਿ ਫਾਈਨੈਂਸ਼ੀਅਲ ਪਾਵਰ। ਰਾਜ ਦੇ ਵਿੱਤੀ ਮਾਮਲੇ ਨੇ ਜਿਹੜੇ ਸਟੇਟ ਦੇ ਜਿੰਨਾ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਜਾਂ ਫਾਈਨੈਂਸ਼ੀਅਲ ਜਿੰਨਾ ਵੀ ਕੋਈ ਹੈਗਾ ਇਹ ਕਾਰਜਕਾਰ ਹੈ ਨਾ, ਸਾਰਾ ਵਿਧਾਨ ਸਭਾ ਦੇ ਅੰਡਰ ਆਉਂਦਾ ਹੈ, ਸਾਰਾ ਨਿਯੰਤਰਣ ਉਸਦਾ ਹੀ ਹੁੰਦਾ ਹੈ। ਹਰ ਸਾਲ ਰਾਜ ਦਾ ਬਜਟ ਵਿਧਾਨ ਸਭਾ ਦੇ ਸਾਹਮਣੇ ਸਰਕਾਰ ਵੱਲੋਂ ਪੇਸ਼ ਕੀਤਾ ਜਾਂਦਾ ਹੈ ਤੇ ਕਿਸ ਦੇ ਵੱਲੋਂ ਪੇਸ਼ ਕੀਤਾ ਜਾਂਦਾ ਹੈ, ਵਿੱਤ ਮੰਤਰੀ ਕੋਲ। ਠੀਕ ਹੈ, ਇਹ ਜੀ ਕਾਰਜਪਾਲਿਕਾ ਤੇ ਕੰਟਰੋਲ। ਸੰਵਿਧਾਨ ਅਨੁਸਾਰ ਰਾਜ ਦੀ ਮੰਤਰੀ ਪ੍ਰੀਸ਼ਦ ਆਪਣੇ ਕੰਮਾਂ ਨੀਤੀਆਂ ਦੇ ਲਈ ਵਿਧਾਨ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਠੀਕ ਹੈ, ਜਿਸ ਤਰ੍ਹਾਂ ਕਿ ਮੰਤਰੀ ਪ੍ਰੀਸ਼ਦ ਆਪਾਂ ਨੇ ਪੜ੍ਹੀ ਸੀ ਨਾ ਕੇਂਦਰੀ ਸਰਕਾਰ ਦੇ ਵਿੱਚ ਕਿ ਉਹ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੈ। ਇਸੇ ਤਰ੍ਹਾਂ ਜਿਹੜੀ ਆਪਣੀ ਪੜ੍ਹਿਆ ਸੀ ਨਾ ਸੰਵਿਧਾਨ ਅਨੁਸਾਰ ਰਾਜ ਦੀ ਮੰਤਰੀ ਪ੍ਰੀਸ਼ਦ ਜਿਹੜੀ ਹੈ ਉਹ ਆਪਣੇ ਕੰਮਾਂ ਨੀਤੀਆਂ ਦੇ ਲਈ ਵਿਧਾਨ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਜ਼ਿੰਮੇਵਾਰੀ ਦਾ ਭਾਵ ਹੈ ਕਿ ਵਿਧਾਨ ਸਭਾ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਮੰਤਰੀ ਪ੍ਰੀਸ਼ਦ ਨੂੰ ਅਹੁਦੇ ਤੋਂ ਹਟਾ ਵੀ ਸਕਦੀ ਹੈ। ਮੰਤਰੀਆਂ ਤੋਂ ਪ੍ਰਸ਼ਨ ਪੁੱਛ ਕੇ ਸਥਗਨ, ਧਿਆਨ ਦਿਵਾਓ ਮਤੇ ਅਤੇ ਨਿੰਦਾ ਪ੍ਰਸਤਾਵ ਵੀ ਜਿਹੜੀ ਹੈ ਉਹ ਪਾਸ ਕਰ ਸਕਦੀ ਹੈ, ਮਤਲਬ ਕਿ ਸਾਰਾ ਕੰਟਰੋਲ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਮਿਲੇ ਜੁਲੇ ਕੰਮ। ਮਿਲੇ ਜੁਲੇ ਕੰਮ ਦੇ ਅੰਦਰ ਕਾਫੀ ਤਰ੍ਹਾਂ ਦੇ ਕੰਮ ਆ
ਜਾਂਦੇ ਨੇ। ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਸੰਵਿਧਾਨ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਕੁਝ ਸੋਧਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਪਾਸ ਕਰਨ ਦੇ ਲਈ ਭਾਰਤ ਦੇ ਰਾਜਾਂ ਦੀਆਂ ਘੱਟੋ ਘੱਟ ਅੱਧੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੁਆਰਾ ਮਤਾ ਜਿਹੜਾ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਰਾਜ ਵਿਧਾਨ ਸਭਾ ਦੇ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਲੈਂਦੇ ਨੇ। ਵਿਧਾਨ ਸਭਾ ਆਪਣੇ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕਰਦੀ ਹੈ। ਵਿਧਾਨ ਸਭਾ ਆਪਣੇ ਮੈਂਬਰਾਂ ਦੇ ਵਿਰੁੱਧ ਸਦਨ ਦੀ ਮਰਿਆਦਾ ਭੰਗ ਕਰਨ ਜਾਂ ਦਰਸ਼ਕਾਂ ਦੁਆਰਾ ਸਦਨ ਦਾ ਨਿਰਾਦਰ ਕਰਨ ਤੇ ਅਨੁਸ਼ਾਸਨੀ ਕਾਰਵਾਈ ਜਿਹੜਾ ਕਰ ਸਕਦਾ ਹੈ। ਤਾਂ ਇਹ ਉਹਦੇ ਮਿਲੇ ਜੁਲੇ ਕੰਮ ਹੁੰਦੇ ਨੇ। ਠੀਕ ਹੈ ਕਿ ਜੇਕਰ ਕੋਈ ਮਰਿਆਦਾ ਭੰਗ ਕਰਦਾ ਹੈ ਤਾਂ ਉਸ ਤੇ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਦੋਹਾਂ ਸਦਨਾਂ ਦੇ ਆਪਸੀ ਸੰਬੰਧ ਯਾਨੀ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੋਨਾਂ ਦੇ ਕਿਸ ਤਰ੍ਹਾਂ ਦੇ ਸੰਬੰਧ ਨੇ ਉਹ ਦੱਸਿਆ ਗਿਆ ਹੈ। ਤਾਂ ਸੰਸਦ ਦੇ ਦੋਹਾਂ ਸਦਨਾਂ ਦੀ ਤਰ੍ਹਾਂ ਰਾਜ ਦੇ ਵਿਧਾਨ ਪਾਲਿਕਾ ਦੇ ਵੀ ਦੋਵੇਂ ਸਦਨਾਂ ਦੀਆਂ ਸ਼ਕਤੀਆਂ ਬਰਾਬਰ ਨਹੀਂ ਹੈਗੀਆਂ। ਵਿੱਤੀ ਬਿੱਲ ਕੇਵਲ ਵਿਧਾਨ ਸਭਾ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਨੇ। ਇਹ ਇੰਪੋਰਟੈਂਟ ਹੈ, ਲਾਈਨ ਨੂੰ ਅੰਡਰਲਾਈਨ ਕਰ ਲਓ। ਠੀਕ ਹੈ, ਜਿਹੜੀ ਵਿਧਾਨ ਪ੍ਰੀਸ਼ਦ ਦੁਆਰਾ ਪਾਸ ਵਿੱਤੀ ਬਿੱਲ ਕੇਵਲ ਉਸਦੀਆਂ ਸਿਫਾਰਸ਼ਾਂ ਦੇ ਲਈ ਹੀ ਭੇਜਿਆ ਜਾਂਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਹੀ ਪਾਸ ਹੁੰਦੇ ਨੇ ਜਿਹੜੇ ਫਾਈਨੈਂਸ਼ੀਅਲ ਬਿੱਲ ਹੁੰਦੇ ਨੇ। ਜਿਹੜੀ ਵਿਧਾਨ ਪ੍ਰੀਸ਼ਦ ਹੈ ਉਸਦੇ ਵਿੱਚ ਤਾਂ ਸਿਰਫ ਉਸਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਨੇ ਯਾਨੀ ਕਿ ਉਹਦਾ ਫਾਇਦੇ ਨੁਕਸਾਨ ਦੇਖਿਆ ਜਾਂਦਾ ਹੈ। ਠੀਕ ਹੈ, ਉਸਨੂੰ ਜਸਟ ਐਂ ਕਹਿ ਲਓ ਵੀ ਇੱਕ ਫਾਰਮੈਲਿਟੀ ਦੇ ਅਕੋਰਡਿੰਗ ਦੇਖਣਾ ਹੁੰਦਾ ਹੈ। ਠੀਕ ਹੈ, ਤਾਂ ਇਹਨਾਂ ਸਿਫਾਰਸ਼ਾਂ ਨੂੰ ਵਿਧਾਨ ਸਭਾ ਪ੍ਰਵਾਨ ਵੀ ਕਰ ਸਕਦੀ ਹੈ, ਅਪ੍ਰਵਾਨ ਵੀ ਕਰ ਸਕਦੀ ਹੈ। ਉਸਦੀਆਂ ਸਿਫਾਰਸ਼ਾਂ ਸਹਿਤ 14 ਦਿਨ ਦੇ ਅੰਦਰ ਹੀ ਵਿਧਾਨ ਸਭਾ ਕੋਲ ਭੇਜੀਆਂ ਜਾਂਦੀਆਂ ਨੇ। ਜੇਕਰ ਇਹ ਸਮਾਂ ਨਿਕਲ ਜਾਂਦਾ ਹੈ ਤਾਂ ਵਿੱਤ ਬਿੱਲ ਨੂੰ ਆਟੋਮੈਟਿਕਲੀ ਜਿਹੜਾ ਹੈ ਵਿਧਾਨ ਪ੍ਰੀਸ਼ਦ ਵੱਲੋਂ ਪਾਸ ਸਮਝਿਆ ਜਾਂਦਾ ਹੈ ਤੇ ਗਵਰਨਰ ਦੀ ਮਨਜ਼ੂਰੀ ਦੇ ਪਿੱਛੋਂ ਇਹੀ ਜਿਹੜਾ ਵਿੱਤ ਬਿੱਲ ਹੈ ਕਾਨੂੰਨ ਦਾ ਰੂਪ ਧਾਰਨ ਕਰ ਲੈਂਦਾ ਹੈ। ਲਾਸਟ ਦੇ ਵਿੱਚ ਮਨਜ਼ੂਰੀ ਕੌਣ ਦਿੰਦਾ ਹੈ? ਗਵਰਨਰ। ਕਿਹੜੇ ਕਾਨੂੰਨ ਨੂੰ? ਵਿੱਤ ਬਿੱਲ ਨੂੰ। ਕਦੋਂ? ਜਦੋਂ ਉਹ ਰਾਜ ਦਾ ਕਾਨੂੰਨ ਹੋਵੇ। ਠੀਕ ਹੈ, ਰਾਜ ਸਰਕਾਰ ਦਾ, ਇਹ ਯਾਦ ਰੱਖਿਓ। ਉਸ ਤੋਂ ਬਾਅਦ ਹੈਗਾ ਜੀ ਸਧਾਰਨ ਬਿੱਲ। ਇਹ ਸਧਾਰਨ ਬਿੱਲ ਜਿਹੜਾ ਰਾਜ ਵਿਧਾਨ ਪਾਲਿਕਾ ਦੇ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਦੇਖੋ ਜਿਹੜਾ ਵਿੱਤੀ ਬਿੱਲ ਹੈ ਉਹ ਸਿਰਫ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਲੇਕਿਨ ਜਿਹੜਾ ਸਧਾਰਨ ਬਿੱਲ ਹੈ ਉਹ ਕਿਸੇ ਵੀ ਸਦਨ ਦੇ ਵਿੱਚ ਪੇਸ਼ ਹੋ ਸਕਦਾ ਹੈ। ਠੀਕ ਹੈ, ਵਿਧਾਨ ਸਭਾ ਦੁਆਰਾ ਪਾਸ ਹੋਣ ਤੋਂ ਬਾਅਦ ਬਿੱਲ ਜਿਹੜਾ ਵਿਧਾਨ ਪ੍ਰੀਸ਼ਦ ਕੋਲ ਭੇਜਿਆ ਜਾਂਦਾ ਹੈ। ਜੇਕਰ ਵਿਧਾਨ ਪ੍ਰੀਸ਼ਦ ਬਿੱਲ ਨੂੰ ਰੱਦ ਕਰ ਦੇਵੇ ਜਾਂ ਉਸ ਦੇ ਵਿੱਚ ਕੋਈ ਚੇਂਜ ਕਰੇ ਤਾਂ ਇਸ ਨੂੰ ਪਾਸ ਕਰਕੇ 3 ਮਹੀਨਿਆਂ ਦੇ ਅੰਦਰ ਅੰਦਰ ਵਿਧਾਨ ਸਭਾ ਕੋਲ ਭੇਜੇ ਤੇ ਇਸ ਨੂੰ ਜਿਹੜੇ 3 ਮਹੀਨਿਆਂ ਦੇ ਅੰਦਰ ਅੰਦਰ ਵਿਧਾਨ ਸਭਾ ਕੋਲ ਨਾ ਭੇਜੇ ਤਾਂ ਹੇਠਲਾ ਸਦਨ ਉਸ ਬਿੱਲ ਨੂੰ ਦੁਬਾਰਾ ਪਾਸ ਕਰਕੇ ਰਾਜਪਾਲ ਦੇ ਦਸਤਖਤ ਦੇ ਲਈ ਭੇਜ ਸਕਦਾ ਹੈ। ਇਹ ਸਧਾਰਨ ਬਿੱਲ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਵਿਧਾਨ ਪਾਲਿਕਾ ਦੁਆਰਾ ਪਾਸ ਕੀਤੇ ਬਿੱਲ ਨੂੰ ਰਾਜਪਾਲ ਜਿਹੜਾ ਰਾਸ਼ਟਰਪਤੀ ਦੀ ਸਲਾਹ ਦੇ ਲਈ ਭੇਜ ਸਕਦਾ ਹੈ। ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਜਿਹਾ ਬਿੱਲ ਜਿਹੜਾ ਕਾਨੂੰਨ ਬਣਦਾ ਹੈ। ਕਿਹੜਾ? ਸਧਾਰਨ ਬਿੱਲ ਦੀ ਗੱਲ ਹੋ ਰਹੀ ਹੈ। ਸੰਵਿਧਾਨ ਅਨੁਸਾਰ ਰਾਜ ਦੀ ਮੰਤਰੀ ਪ੍ਰੀਸ਼ਦ ਵਿਧਾਨ ਸਭਾ ਸਾਹਮਣੇ ਜ਼ਿੰਮੇਵਾਰ ਹੈ। ਵਿਵਹਾਰ ਵਿੱਚ ਮੰਤਰੀ ਪ੍ਰੀਸ਼ਦ ਉਦੋਂ ਤੱਕ ਆਪਣੀ ਪਦਵੀ ਤੇ ਰਹਿ ਸਕਦਾ ਹੈ ਜਦੋਂ ਤੱਕ ਉਸਨੂੰ ਵਿਧਾਨ ਸਭਾ ਦਾ ਬਹੁਮਤ ਪ੍ਰਾਪਤ ਹੈ। ਠੀਕ ਹੈ, ਵਿਧਾਨ ਸਭਾ ਜਿਹੜੀ ਹੈ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਵੀ ਮੰਤਰੀ ਪ੍ਰੀਸ਼ਦ ਨੂੰ ਪਹਿਲਾਂ ਹਟਾ ਸਕਦੀ ਹੈ। ਵਿਧਾਨ ਪ੍ਰੀਸ਼ਦ ਨੂੰ ਕੇਵਲ ਮੰਤਰੀ ਪ੍ਰੀਸ਼ਦ ਦੀਆਂ ਨੀਤੀਆਂ ਤੇ ਕਾਰਜਾਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਜਿਸ ਡਾਇਰੈਕਟ ਕੁਐਸਚਨ ਆ ਕੇ ਵਿਧਾਨ ਪ੍ਰੀਸ਼ਦ ਦਾ ਮੇਨ ਕੰਮ ਕੀ ਹੈ ਤਾਂ ਉਹ ਮੰਤਰੀ ਪ੍ਰੀਸ਼ਦ ਦੇ ਕੰਮਾਂ ਦੀ ਆਲੋਚਨਾ ਕਰੇਗੀ। ਠੀਕ ਹੈ, ਜਿਹੜਾ ਕੰਮ ਉਸਨੂੰ ਸਹੀ ਨਹੀਂ ਲੱਗੇਗਾ ਤਾਂ ਵਿਧਾਨ ਪ੍ਰੀਸ਼ਦ ਉਹਦੇ ਖਿਲਾਫ ਜਿਹੜਾ ਹੈ ਉਸਨੂੰ ਐਕਸ਼ਨ ਲਏਗੀ ਜਾਂ ਉਹਨੂੰ ਜਿਹੜਾ ਆਲੋਚਨਾ ਕਰੇਗੀ ਉਹਦੀ ਕਿ ਇਹ ਚੀਜ਼ ਤੁਹਾਡੀ ਗਲਤ ਹੈ, ਇਸ ਦੇ ਵਿੱਚ ਇੰਨੀ ਕੁ ਇੰਪਰੂਵਮੈਂਟ ਜਿਹੜੀ ਹੈ ਹੋਣੀ ਚਾਹੀਦੀ ਹੈ। ਇਹ ਕੰਮ ਵਿਧਾਨ ਪ੍ਰੀਸ਼ਦ ਦਾ ਹੈ। ਠੀਕ ਹੈ, ਤਾਂ ਇਹ ਹੁਣ ਤੁਹਾਨੂੰ ਡਿਫਰੈਂਸ ਸਮਝ ਆ ਗਿਆ ਹੋਵੇਗਾ ਕਿ ਵਿਧਾਨ ਸਭਾ ਦੇ ਵਿੱਚ ਕੀ ਹੈ, ਵਿਧਾਨ ਪ੍ਰੀਸ਼ਦ ਦੇ ਵਿੱਚ ਕੀ ਹੁੰਦਾ ਹੈ। ਠੀਕ ਹੈ, ਕਿਸ ਦੇ ਕੋਲ ਜ਼ਿਆਦਾ ਪਾਵਰਸ ਨੇ, ਕਿਹਦੇ ਕੋਲ ਘੱਟ ਪਾਵਰਸ ਨੇ, ਉਹ ਤੁਹਾਨੂੰ ਜਿਹੜਾ ਸਾਰਾ ਸਮਝ ਆ ਗਿਆ ਹੋਊਗਾ। ਹੁਣ ਆਪਾਂ ਅੱਗੇ ਪੜ੍ਹਦੇ ਹਾਂ ਜੀ ਕਾਰਜਪਾਲਿਕਾ। ਪਹਿਲਾਂ ਆਪਾਂ ਨੇ ਵਿਧਾਨ ਪਾਲਿਕਾ ਪੜ੍ਹਿਆ ਨਾ, ਹੁਣ ਆਪਾਂ ਕਾਰਜਪਾਲਿਕਾ ਪੜ੍ਹਾਂਗੇ। ਦੇਖੋ ਕਿਸੇ ਵੀ ਚੀਜ਼ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈਗਾ। ਹੋ ਸਕਦਾ ਹੈ ਕਿ ਕਈ ਕੈਂਡੀਡੇਟਸ ਕੇਂਦਰੀ ਸਰਕਾਰ ਤੇ ਰਾਜ ਸਰਕਾਰ ਦੇ ਵਿੱਚ ਕਨਫਿਊਜ਼ ਹੋਣ। ਨਹੀਂ, ਦੇਖੋ ਪਹਿਲਾਂ ਤੁਸੀਂ ਕੇਂਦਰੀ ਸਰਕਾਰ ਦਾ ਚੈਪਟਰ ਕਵਰ ਕਰ ਲਿਆ, ਉਸਦੇ ਅਲੱਗ ਤੋਂ ਨੋਟਸ ਬਣਾ ਲਓ। ਠੀਕ ਹੈ, ਮੈਂ ਇੱਕ ਹੋਰ ਸਲਾਹ ਦੇਵਾਂਗੀ ਕਿ ਦੇਖੋ ਮੋਰਨਿੰਗ ਥੋੜ੍ਹਾ ਛੇਤੀ ਉੱਠ ਕੇ ਜੇਕਰ ਰਿਵੀਜ਼ਨ ਕਰੋਗੇ ਨਾ, ਜਦੋਂ ਤੱਕ ਪੇਪਰ ਹੋਣਾ ਹੈ ਤੁਹਾਡੀ ਉਂਗਲੀਆਂ ਤੇ ਟਿਪਸ ਤੇ ਹੋਣਗੀਆਂ ਸਾਰੀਆਂ ਚੀਜ਼ਾਂ। ਠੀਕ ਹੈ, ਤਾਂ ਇਸ ਕਰਕੇ ਮੋਰਨਿੰਗ ਉੱਠ ਕੇ ਜ਼ਰੂਰ ਇੱਕ ਇੱਕ ਕਰਕੇ ਚੈਪਟਰ ਦੀ ਰਿਵੀਜ਼ਨ ਜ਼ਰੂਰ ਕਰੋ। ਠੀਕ ਹੈ, ਬਹੁਤ ਹੀ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ ਤੁਹਾਨੂੰ ਫਿਰ ਜੇਕਰ ਤੁਸੀਂ ਮੋਰਨਿੰਗ ਉੱਠ ਕੇ ਜਿਹੜਾ ਇਹ ਰਿਵੀਜ਼ਨ ਕਰ ਦਿਓ। ਤਾਂ ਉਸ ਤੋਂ ਬਾਅਦ ਨੈਕਸਟ ਜਿਹੜਾ ਹੁਣ ਰਾਜ ਸਰਕਾਰ ਦਾ ਕੰਮ ਕਰਾ ਰਹੀ ਹਾਂ ਇਹਦੇ ਵੀ ਅਲੱਗ ਤੋਂ ਨੋਟਸ ਬਣਾ ਲਿਓ। ਠੀਕ ਹੈ, ਤੁਸੀਂ ਦੋਨਾਂ ਨੂੰ ਕੰਪੈਰੀਜ਼ਨ ਕਰਕੇ ਵੀ ਦੇਖ ਸਕਦੇ ਹੋ, ਫਿਰ ਤੁਹਾਨੂੰ ਜ਼ਿਆਦਾ ਕਲੈਰਿਟੀ ਦੇ ਨਾਲ ਸਮਝ ਆ ਜਾਏਗਾ। ਲੇਕਿਨ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਨਹੀਂ ਰੱਖਣੀ ਹੈਗੀ। ਠੀਕ ਹੈ, ਤੁਸੀਂ ਤਾਂ ਅੱਗੇ ਆਪਣੇ ਕੋਲ ਹੈ ਰਾਜ ਦੀ ਕਾਰਜਪਾਲਿਕਾ। ਰਾਜਾਂ ਦੀ ਕਾਰਜਪਾਲਿਕਾ ਕੇਂਦਰੀ ਕਾਰਜਪਾਲਿਕਾ ਦੇ ਨਾਲ ਮਿਲਦੀ ਜੁਲਦੀ ਹੈ। ਕੇਂਦਰ ਦੀ ਕਾਰਜਪਾਲਿਕਾ ਵਾਂਗ ਇਹ ਵੀ ਜਿਹੜੀ ਹੈ ਸੰਸਦੀ ਪ੍ਰਣਾਲੀ ਦੇ ਸਿਧਾਂਤਾਂ ਤੇ ਆਧਾਰਿਤ ਹੈ। ਇਸ ਦੇ ਵਿੱਚ ਵੀ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ, ਇੱਕ ਨਾ ਮਾਤਰ ਤੇ ਇੱਕ ਅਸਲੀ। ਜਿਸ ਤਰ੍ਹਾਂ ਕਿ ਆਪਾਂ ਨੇ ਪਿਛਲੇ ਚੈਪਟਰ ਦੇ ਵਿੱਚ ਦੱਸਿਆ ਸੀ ਕਿ ਨਾ ਮਾਤਰ ਰਾਸ਼ਟਰਪਤੀ ਹੋ ਗਿਆ, ਅਸਲੀ ਪ੍ਰਧਾਨ ਮੰਤਰੀ ਤੇ ਮੰਤਰੀ ਪ੍ਰੀਸ਼ਦ ਹੋ ਗਿਆ, ਹੈ ਨਾ। ਇਸੇ ਤਰ੍ਹਾਂ ਸਟੇਟਸ ਗੌਰਮੈਂਟ ਦੇ ਵਿੱਚ ਹੈ ਰਾਜਾਂ ਦੇ ਰਾਜਪਾਲ ਜਿਹੜੇ ਨੇ ਨਾ ਮਾਤਰ ਕਾਰਜਪਾਲਿਕਾ ਨੇ ਤੇ ਜਿਹੜਾ ਮੁੱਖ ਮੰਤਰੀ ਹੈ, ਠੀਕ ਹੈ, ਚੀਫ ਮਿਨਿਸਟਰ ਹੈ, ਉਹ ਤੇ ਉਸਦੀ ਮੰਤਰੀ ਪ੍ਰੀਸ਼ਦ ਜਿਹੜੀ ਹੈ ਅਸਲੀ ਕਾਰਜਪਾਲਿਕਾ ਹੈ। ਦੋਨੋਂ ਅਨੁਸਾਰ ਰਾਜਾਂ ਵਿੱਚ ਕਾਰਜਪਾਲਿਕਾ ਸ਼ਕਤੀਆਂ ਜਿਹੜੀਆਂ ਰਾਜਪਾਲ ਨੂੰ ਸੌਂਪੀਆਂ ਗਈਆਂ ਨੇ। ਰਾਜਪਾਲ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਜਿਹੜਾ ਮੰਤਰੀ ਪ੍ਰੀਸ਼ਦ ਦੀ ਸਲਾਹ ਦੇ ਅਨੁਸਾਰ ਹੀ ਜਿਹੜਾ ਹੈ ਉਹ ਕਰਦਾ ਹੈ। ਤਾਂ ਹੁਣ ਕੁਐਸਚਨ ਆਉਂਦਾ ਕਿ ਕਾਰਜਪਾਲਿਕਾ ਦੇ ਵਿੱਚ ਕੌਣ ਕੌਣ ਆਉਂਦਾ ਹੈ, ਤਾਂ ਰਾਜ ਦੀ ਕਾਰਜਪਾਲਿਕਾ ਦੇ ਵਿੱਚ ਰਾਜਪਾਲ, ਮੁੱਖ ਮੰਤਰੀ, ਮੰਤਰੀ ਪ੍ਰੀਸ਼ਦ ਤਿੰਨੋਂ ਹੀ ਆਉਂਦੇ ਹਨ। ਹੁਣ ਸਭ ਤੋਂ ਪਹਿਲਾਂ ਆਪਾਂ ਰਾਜਪਾਲ ਬਾਰੇ ਪੜ੍ਹੀਏ। ਇਹ ਤਿੰਨ ਚੀਜ਼ਾਂ ਪੜ੍ਹਨੀਆਂ ਨੇ, ਰਾਜਪਾਲ, ਮੁੱਖ ਮੰਤਰੀ, ਮੰਤਰੀ ਪ੍ਰੀਸ਼ਦ। ਹੁਣ ਆਪਾਂ ਪਹਿਲਾਂ ਗਵਰਨਰ ਬਾਰੇ ਪੜ੍ਹਦੇ ਹਾਂ, ਯਾਨੀ ਕਿ ਰਾਜਪਾਲ। ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ?
ਰਾਜਪਾਲ ਹੁੰਦਾ ਹੈ। ਠੀਕ ਹੈ। ਤੇ ਪੰਜਾਬ ਦਾ ਇਸ ਸਮੇਂ ਗਵਰਨਰ ਕੌਣ ਹੈ? ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਸ ਦਾ ਆਨਸਰ ਜਿਹੜਾ ਹੈ ਉਹ ਦੱਸੋਗੇ। ਰਾਜਪਾਲ ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਦੁਆਰਾ 5 ਸਾਲ ਦੇ ਲਈ ਕੀਤੀ ਜਾਂਦੀ ਹੈ। ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ। ਰਾਜਪਾਲ ਦੀ ਨਿਯੁਕਤੀ ਜਿਹੜੀ ਹੈ ਰਾਸ਼ਟਰਪਤੀ ਦੁਆਰਾ ਹੁੰਦੀ ਹੈ, ਕਿੰਨੇ ਸਮੇਂ ਦੇ ਲਈ? 5 ਸਾਲ ਦੇ ਲਈ। ਪਹਿਲਾਂ ਵੀ ਹਟਾਇਆ ਜਾ ਸਕਦਾ, ਜੇਕਰ ਉਹ ਕੰਮ ਸਹੀ ਨਹੀਂ ਰਹਿੰਦਾ ਹੈਗਾ ਤਾਂ ਉਹ ਪਹਿਲੇ ਵੀ ਹਟਾ ਸਕਦੇ ਨੇ। ਠੀਕ ਹੈ। ਵਰਤਮਾਨ ਸਮੇਂ ਵਿੱਚ ਰਾਜਪਾਲ ਦੀ ਜਿਹੜੀ ਹੈ ਨਿਯੁਕਤੀ ਹੈ ਉਹ ਤਾਂ ਰਾਸ਼ਟਰਪਤੀ ਹੀ ਕਰਦੇ ਨੇ, ਤੇ ਰਾਸ਼ਟਰਪਤੀ ਦੀ ਖੁਸ਼ੀ ਤੱਕ ਹੀ ਜਿਹੜੇ ਨੇ ਅਹੁਦੇ 'ਤੇ ਰਹਿ ਸਕਦਾ ਹੈ। ਠੀਕ ਹੈ। ਸਾਰੀਆਂ ਸਹੂਲਤਾਂ ਜਿਹੜੀਆਂ ਨੇ ਰਾਜਪਾਲ ਨੂੰ ਰਿਹਾਇਸ਼ ਦੇ ਲਈ ਮੁਫਤ ਰਾਜ ਭਵਨ ਦਿੱਤਾ ਜਾਂਦਾ ਹੈ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਰਾਜਪਾਲ ਬਣਨ ਦੇ ਲਈ ਸਾਰੀਆਂ ਯੋਗਤਾਵਾਂ ਨੇ। ਠੀਕ ਹੈ। ਉਹੀ ਜੋ ਆਪਾਂ ਪਿੱਛੇ ਪੜ੍ਹਿਆ ਕਿ ਭਾਰਤ ਦਾ ਨਾਗਰਿਕ ਹੋਵੇ, ਸਾਲ ਦੀ ਉਮਰ ਹੋਵੇ ਤੇ ਕਿਸੇ ਅਹੁਦੇ ਤੇ ਜਿਹੜਾ ਕੰਮ ਨਾ ਕਰਦਾ ਹੋਵੇ। ਉਸ ਤੋਂ ਬਾਅਦ ਹੈ ਹੁਣ ਆਪਣੇ ਕੋਲ ਪਾਵਰਸ, ਰਾਜਪਾਲ ਦੀਆਂ ਸ਼ਕਤੀਆਂ। ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਪ੍ਰਾਈਮ ਮਿਨਿਸਟਰ ਦੀਆਂ ਸ਼ਕਤੀਆਂ ਪੜ੍ਹੀਆਂ ਸੀ, ਹੁਣ ਆਪਾਂ ਰਾਜਪਾਲ ਦੀਆਂ ਸ਼ਕਤੀਆਂ ਪੜ੍ਹਾਂਗੇ। ਪਹਿਲੀ ਹੈਗੀ ਜੀ ਕਾਰਜਕਾਲ ਦੀ ਸ਼ਕਤੀ। ਪਹਿਲੀ ਹੈ ਕਾਰਜਕਾਰੀ ਸ਼ਕਤੀ। ਤਾਂ ਰਾਜ ਦਾ ਮੇਨ ਲੀਡਰ ਹੋਣ ਕਰਕੇ ਉਸਦੇ ਨਾਂ 'ਤੇ ਹੀ ਸਾਰਾ ਦੇਸ਼ ਦਾ, ਸਾਰੇ ਰਾਜ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਰਾਜ ਦੇ ਸ਼ਾਸਨ ਨੂੰ ਚਲਾਉਣ ਦੇ ਲਈ ਉਹ ਜ਼ਿੰਮੇਵਾਰ ਹੁੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਕਿ ਰਾਜਪਾਲ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ ਜੋ ਵਿਧਾਨ ਸਭਾ ਵਿੱਚ ਬਹੁਮਤ ਦਲ ਦਾ ਨੇਤਾ ਹੁੰਦਾ ਹੈ, ਯਾਨੀ ਕਿ ਜਿਸ ਨੂੰ ਵਿਧਾਨ ਸਭਾ ਦਾ ਬਹੁਮਤ ਪ੍ਰਾਪਤ ਹੁੰਦਾ ਹੈ। ਮੇਨ ਜੇਕਰ ਕੁਐਸਚਨ ਆਵੇ ਕਿ ਰਾਜਪਾਲ, ਜੇ ਕੁਐਸਚਨ ਇੱਕ ਹੋਰ ਧਿਆਨ ਨਾਲ ਦੇਖੋ ਕਿ ਜਿਹੜਾ ਮੁੱਖ ਮੰਤਰੀ ਹੈ ਉਸਦੀ ਨਿਯੁਕਤੀ ਕੌਣ ਕਰਦਾ ਹੈ? ਰਾਜਪਾਲ ਕਰਦਾ ਹੈ। ਠੀਕ ਹੈ। ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜਪਾਲ ਕਰਦਾ ਹੈ। ਤੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ ਕਰਦਾ ਹੈ। ਇਹ ਯਾਦ ਰੱਖਿਓ। ਵਿਰਲੀ ਸਥਿਤੀ ਦੇ ਵਿੱਚ ਹੀ ਰਾਜਪਾਲ ਨੂੰ ਆਪਣੀ ਵਿਵੇਕਸ਼ੀਲ ਸ਼ਕਤੀ ਰਾਹੀਂ ਮੁੱਖ ਮੰਤਰੀ ਨਿਯੁਕਤ ਕਰਨ ਦਾ ਮੌਕਾ ਮਿਲਦਾ ਹੈ। ਮੁੱਖ ਮੰਤਰੀ ਦੀ ਸਲਾਹ 'ਤੇ ਹੀ ਰਾਜਪਾਲ ਜਿਹੜਾ ਬਾਕੀ ਦੇ ਮੈਂਬਰਾਂ ਨੂੰ ਜਿਹੜਾ ਹੈ ਉਹ ਨਿਯੁਕਤ ਕਰਦਾ ਹੈ, ਯਾਨੀ ਕਿ ਬਾਕੀ ਜਿਹੜੇ ਮੈਂਬਰ ਨੇ ਉਹ ਸਾਰੇ ਉਹ ਮੁੱਖ ਮੰਤਰੀ ਦੀ ਸਲਾਹ ਦੇ ਨਾਲ ਹੀ ਕਰਦਾ ਹੈ। ਅੱਗੇ ਹੈਗੇ ਜੀ ਵਿਧਾਨਿਕ ਸ਼ਕਤੀਆਂ। ਵਿਧਾਨਿਕ ਸ਼ਕਤੀਆਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਸ਼ਕਤੀਆਂ ਆ ਜਾਂਦੀਆਂ ਨੇ। ਰਾਜ ਦੀ ਵਿਧਾਨ ਪਾਲਿਕਾ ਦੇ ਅਧਿਵੇਸ਼ਨ ਬੁਲਾਉਣਾ, ਉਸ ਨੂੰ ਸਮਾਪਤ ਕਰਨਾ, ਉਸ ਦੇ ਵਿੱਚ ਵਾਧਾ ਕਰਨਾ, ਠੀਕ ਹੈ, ਜਾਂ ਉਦਘਾਟਨੀ ਭਾਸ਼ਣ ਦੇਣਾ, ਇਹ ਸਾਰੇ ਕੰਮ ਵਿਧਾਨ ਪਾਲਿਕਾ ਦੇ ਜਿਹੜੀ ਵਿਧਾਨਿਕ ਸ਼ਕਤੀਆਂ ਨੇ ਉਸ ਦੇ ਵਿੱਚ ਆ ਜਾਂਦਾ ਹੈ। ਠੀਕ ਹੈ। ਵਿਧਾਨ ਪ੍ਰੀਸ਼ਦ ਵਿੱਚ 1/6 ਮੈਂਬਰ ਨਾਮਜ਼ਦ ਕਰਦਾ ਹੈ। ਵਿਧਾਨ ਪ੍ਰੀਸ਼ਦ ਦੇ ਵਿੱਚ 1/6 ਮੈਂਬਰ ਨਾਮਜ਼ਦ ਹੁੰਦੇ ਹਨ। ਵਿਧਾਨ ਪਾਲਿਕਾ ਦੁਆਰਾ ਪਾਸ ਹਰੇਕ ਬਿੱਲ ਨੂੰ ਰਾਜਪਾਲ ਦੀ ਪ੍ਰਵਾਨਗੀ ਜਿਹੜੀ ਹੈ ਪ੍ਰਾਪਤ ਕਰਨੀ ਜ਼ਰੂਰੀ ਹੁੰਦੀ ਹੈ। ਓਕੇ। ਤੇ ਇਹ ਜਿਹੜਾ ਅਧਿਆਦੇਸ਼ ਵੀ ਜਾਰੀ ਕਰ ਸਕਦੇ ਨੇ। ਅਧਿਆਦੇਸ਼ ਕੀ ਹੁੰਦਾ ਹੈ? ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਮਝਾਇਆ ਸੀ। ਵਿਧਾਨ ਪਾਲਿਕਾ ਦੁਆਰਾ ਬਣਾਏ ਗਏ ਕਾਨੂੰਨ ਦੇ ਸਮਾਨ ਹੀ ਹੁੰਦਾ ਹੈ ਅਧਿਆਦੇਸ਼। ਵਿਧਾਨ ਪਾਲਿਕਾ ਦੇ ਅਧਿਵੇਸ਼ਨ ਦੇ ਸ਼ੁਰੂ ਹੋਣ ਦੇ 6 ਹਫ਼ਤਿਆਂ ਦੇ ਵਿੱਚ ਹੀ ਅਧਿਆਦੇਸ਼ ਦੀ ਜਿਹੜੀ ਹੈ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਅਧਿਆਦੇਸ਼ ਜਿਹੜਾ ਸਮਾਪਤ ਹੋ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਜੀ ਫਾਈਨੈਂਸ਼ੀਅਲ ਔਰ ਜੁਡੀਸ਼ੀਅਲ ਪਾਵਰਸ। ਰਾਜਪਾਲ ਦੀ ਅਗੇਤਰੀ ਪ੍ਰਵਾਨਗੀ ਦੇ ਲਈ ਵਿਧਾਨ ਸਭਾ ਦੇ ਵਿੱਚ ਵਿੱਤ ਬਿੱਲ ਪੇਸ਼ ਕੀਤਾ ਜਾਂਦਾ ਹੈ। ਹਰੇਕ ਸਾਲ ਰਾਜਪਾਲ ਜਿਹੜਾ ਰਾਜ ਦਾ ਬਜਟ ਵਿਧਾਨ ਸਭਾ ਦੇ ਵਿੱਚ ਪੇਸ਼ ਕਰਾਉਂਦਾ ਹੈ। ਰਾਜਪਾਲ ਨੂੰ ਧਨ ਬਿੱਲ ਪਾਸ ਹੋਣ ਉਪਰੰਤ ਜਿਹੜੀ ਹੈ ਪ੍ਰਵਾਨਗੀ ਦੇਣੀ ਪੈਂਦੀ ਹੈ। ਅਚਨਚੇਤ ਫੰਡ ਉੱਤੇ ਵੀ ਜਿਹੜਾ ਰਾਜ ਦਾ ਇਸ ਦਾ ਕੰਟਰੋਲ ਹੁੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਸੈਸ਼ਨ ਜੱਜ ਅਤੇ ਅਧੀਨ ਜੱਜਾਂ ਦੀ ਨਿਯੁਕਤੀ, ਤਰੱਕੀ, ਬਦਲੀ ਰਾਜਪਾਲ ਦੇ ਹੱਥਾਂ ਦੇ ਵਿੱਚ ਹੀ ਹੁੰਦੀ ਹੈ। ਰਾਜਪਾਲ ਰਾਜ ਦੇ ਕਾਨੂੰਨ ਨੂੰ ਤੋੜਨ ਵਾਲੇ ਜਿਹੜੇ ਤੋੜਦੇ ਨੇ ਉਹਨਾਂ ਦੀ ਸਜ਼ਾ ਜਿਹੜੀ ਹੈ ਘਟਾ ਵਧਾ ਵੀ ਸਕਦਾ ਹੈ। ਉਸ ਤੋਂ ਬਾਅਦ ਹੈ ਵਿਵੇਕਸ਼ੀਲ ਸ਼ਕਤੀਆਂ, ਯਾਨੀ ਕਿ ਇੱਛੁਕ ਸ਼ਕਤੀਆਂ ਜਿਹੜੀ ਕਿ ਉਸਦੇ ਕੋਲ ਅਲੱਗ ਤੋਂ ਦਿੱਤੀਆਂ ਗਈਆਂ ਨੇ ਕਿ ਉਹ ਆਪਣੀ ਇੱਛਾ ਦੇ ਅਕੋਰਡਿੰਗ ਉਹਨਾਂ ਨੂੰ ਯੂਜ਼ ਕਰ ਸਕਦਾ ਹੈ। ਰਾਜਪਾਲ ਨੂੰ ਕੁਝ ਮਹੱਤਵਪੂਰਨ ਵਿਵੇਕਸ਼ੀਲ ਸ਼ਕਤੀਆਂ ਪ੍ਰਾਪਤ ਨੇ ਜਿਹੜੀ ਕਿ ਜਿਨ੍ਹਾਂ ਦੀ ਵਰਤੋਂ ਆਪਣੀ ਇੱਛਾ ਦੇ ਅਨੁਸਾਰ ਕਰਦਾ ਹੈ, ਵੀ ਕੋਈ ਥੋਪਣ ਵਾਲਾ ਕੰਮ ਨਹੀਂ ਹੈਗਾ। ਜੇਕਰ ਉਹਦਾ ਇੱਛਾ ਹੈਗਾ ਤਾਂ ਉਹ ਉਹਨਾਂ ਨੂੰ ਜਿਹੜਾ ਯੂਜ਼ ਕਰਦਾ ਹੈ। ਮੁੱਖ ਮੰਤਰੀ ਦੀ ਨਿਯੁਕਤੀ ਸਮੇਂ ਜਦੋਂ ਵਿਧਾਨ ਸਭਾ ਵਿੱਚ ਕਿਸੇ ਵੀ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਆਪਣੇ ਅਕੋਰਡਿੰਗ ਆਪਣੀ ਇੱਛਾ ਦੇ ਅਨੁਸਾਰ ਮੁੱਖ ਮੰਤਰੀ ਨਿਯੁਕਤ ਕਰਦਾ ਹੈ। ਜੇਕਰ ਬਹੁਮਤ ਪ੍ਰਾਪਤ ਨਹੀਂ ਹੁੰਦਾ, ਠੀਕ ਹੈ, ਜੇਕਰ ਇੱਕ ਜਣੇ ਨੂੰ ਬਹੁਮਤ ਪ੍ਰਾਪਤ ਹੁੰਦਾ ਫਿਰ ਤਾਂ ਮੁੱਖ ਮੰਤਰੀ ਨਿਯੁਕਤ ਕਰਨਾ ਹੀ ਹੈ। ਬਾਈ ਚਾਂਸ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਮੁੱਖ ਮੰਤਰੀ ਦੀ ਜਿਹੜੀ ਨਿਯੁਕਤੀ ਹੈ ਉਹ ਰਾਜਪਾਲ ਫਿਰ ਆਪਣੀ ਇੱਛਾ ਦੇ ਅਨੁਸਾਰ ਹੀ ਕਰਦਾ ਹੈ। ਇਹ ਫੈਸਲਾ ਕਰਨ ਸਮੇਂ ਕਿ ਰਾਜ ਸਰਕਾਰ ਸੰਵਿਧਾਨ ਅਨੁਸਾਰ ਚੱਲ ਰਹੀ ਹੈ ਜਾਂ ਨਹੀਂ, ਠੀਕ ਹੈ, ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਲੈਣ ਸਮੇਂ ਤਾਂ ਇਸ ਸਮੇਂ ਜਿਹੜੀ ਆ ਉਹ ਆਪਣੀ ਇੱਛੁਕ ਸ਼ਕਤੀਆਂ ਨੂੰ ਜਿਹੜਾ ਯੂਜ਼ ਕਰਦਾ ਹੈ। ਓਕੇ। ਉਸ ਤੋਂ ਬਾਅਦ ਹੈ ਜੀ ਰਾਸ਼ਟਰਪਤੀ ਸ਼ਾਸਨ। ਇਹ ਇੰਪੋਰਟੈਂਟ ਹੈ। ਸੰਵਿਧਾਨ ਅਨੁਸਾਰ ਜੇਕਰ ਰਾਜਪਾਲ ਰਾਸ਼ਟਰਪਤੀ ਨੂੰ ਇਹ ਰਿਪੋਰਟ ਕਰੇ, ਠੀਕ ਹੈ, ਕਿ ਜਿਹੜਾ ਇਹ ਰਾਜ ਦੇ ਵਿੱਚ ਵਧੀਆ ਸਰਕਾਰ ਜਾਂ ਕੋਈ ਸੰਵਿਧਾਨਿਕ ਨਿਯਮਾਂ ਦੇ ਅਨੁਸਾਰ ਕੰਮ ਨਹੀਂ ਚੱਲ ਰਿਹਾ ਤਾਂ ਅਜਿਹੀ ਘੋਸ਼ਣਾ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਹੈ ਉਹ ਰਾਜ ਦੀ ਮੰਤਰੀ ਪ੍ਰੀਸ਼ਦ ਨੂੰ ਕੀ ਕਰਦਾ ਹੈ? ਤੋੜ ਦਿੰਦਾ ਹੈ ਤੇ ਵਿਧਾਨ ਸਭਾ ਨੂੰ ਜਿਹੜਾ ਭੰਗ ਕਰ ਸਕਦਾ ਹੈ, ਠੀਕ ਹੈ, ਜਾਂ ਸਥਗਿਤ ਕਰ ਸਕਦਾ ਹੈ। ਸਥਗਿਤ ਮਤਲਬ ਅੱਗੇ ਕਰ ਸਕਦਾ ਹੈ, ਸਥਗਿਤ ਕਰ ਸਕਦਾ ਹੈ। ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਜਿਹੜਾ ਰਾਜਪਾਲ ਹੈ ਉਹ ਰਾਜ ਦਾ ਅਸਲੀ ਕਾਰਜ ਸਾਧਕ ਹੋ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ ਕਿ ਰਾਸ਼ਟਰਪਤੀ ਦਾ ਜਦੋਂ ਸ਼ਾਸਨ ਚੱਲਦਾ ਉਸ ਸਮੇਂ ਰਾਜਪਾਲ ਕੀ ਹੈ? ਰਾਜ ਦਾ ਮੇਨ ਲੀਡਰ ਹੁੰਦਾ ਹੈ। ਭਾਵੇਂ ਉਹ ਕੇਂਦਰੀ ਸਰਕਾਰ ਦੇ ਐਜ਼ ਅ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ, ਲੇਕਿਨ ਸੰਵਿਧਾਨਿਕ ਮਸ਼ੀਨਰੀ ਫੇਲ ਹੋਣ ਦੌਰਾਨ ਰਾਜ ਦੀਆਂ ਸਾਰੀ ਕਾਰਜਪਾਲਿਕ ਸ਼ਕਤੀਆਂ ਜਿਹੜੀਆਂ ਰਾਸ਼ਟਰਪਤੀ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਅਤੇ ਵਿਧਾਨਿਕ ਸ਼ਕਤੀਆਂ ਜਿਹੜੀਆਂ ਨੇ ਸੰਸਦ ਨੂੰ ਮਿਲ ਜਾਂਦੀਆਂ ਨੇ। ਓਕੇ। ਸੰਵਿਧਾਨ ਅਨੁਸਾਰ ਰਾਸ਼ਟਰਪਤੀ ਵੱਲੋਂ ਕੀਤੀ ਗਈ ਸੰਕਟਕਾਲੀਨ ਘੋਸ਼ਣਾ ਸੰਸਦ ਵੱਲੋਂ 1 ਮਹੀਨੇ ਦੇ ਅੰਦਰ ਪ੍ਰਵਾਨ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਤਾਂ ਉਹ ਜਿਹੜਾ ਆਪਾਤਕਾਲ, ਸਧਾਰਨ ਤੌਰ 'ਤੇ ਇਹ ਜਿਹੜਾ ਸਮਾਂ ਹੁੰਦਾ ਹੈ 6 ਮਹੀਨੇ ਲਈ ਹੁੰਦਾ ਹੈ। ਜੇਕਰ 6 ਮਹੀਨੇ ਦੇ ਵੱਧ ਵਧਾਉਣਾ ਹੈ ਤਾਂ ਵੀ ਵਧਾਇਆ ਜਾ ਸਕਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਰਾਜ ਦਾ ਮੁੱਖ ਮੰਤਰੀ, ਯਾਨੀ ਕਿ ਚੀਫ ਮਿਨਿਸਟਰ। ਹੁਣ ਜੇ ਆਪਾਂ ਨੇ ਪ੍ਰਾਈਮ ਮਿਨਿਸਟਰ ਬਾਰੇ ਪੜ੍ਹਿਆ ਹੈ ਤਾਂ ਹੁਣ ਆਪਾਂ ਚੀਫ ਮਿਨਿਸਟਰ ਬਾਰੇ ਪੜ੍ਹਾਂਗੇ।
ਸਾਰਾ ਮੰਤਰੀ ਪ੍ਰੀਸ਼ਦ ਦਾ ਨਿਰਮਾਣ ਕੀਤਾ ਗਿਆ। ਮੁੱਖ ਮੰਤਰੀ ਦੇ ਅੰਡਰ ਇੱਕ ਮੰਤਰੀ ਪ੍ਰੀਸ਼ਦ ਹੁੰਦੀ ਹੈ, ਯਾਨੀ ਕਿ ਮੰਤਰੀਆਂ ਦੀ ਟੀਮ ਹੁੰਦੀ ਹੈ ਜਿਹੜੀ ਕਿ ਮੰਤਰੀ ਦਾ ਮੁੱਖ ਮੰਤਰੀ ਦੇ ਕੰਮ ਦੇ ਵਿੱਚ ਹੈਲਪ ਕਰਦੇ ਨੇ। ਠੀਕ ਹੈ, ਸਧਾਰਨ ਚੋਣ ਤੋਂ ਬਾਅਦ ਰਾਜਪਾਲ ਜਿਹੜਾ ਹੈ ਮੁੱਖ ਮੰਤਰੀ ਨੂੰ ਨਿਯੁਕਤ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਵਿਧਾਨ ਸਭਾ ਵਿੱਚ ਜਿਸ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਨੂੰ ਸਰਕਾਰ ਬਣਾਉਣ ਦਾ ਸੱਦਾ ਪੱਤਰ ਦਿੰਦਾ ਹੈ। ਅਜਿਹੇ ਵਿਅਕਤੀ ਨੂੰ ਰਾਜਪਾਲ ਵੱਲੋਂ ਮੁੱਖ ਮੰਤਰੀ ਜਿਹੜਾ ਨਿਯੁਕਤ ਕੀਤਾ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਦੀ ਸਿਫਾਰਿਸ਼ 'ਤੇ ਰਾਜਪਾਲ ਬਾਕੀ ਦੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਰਾਜਪਾਲ ਮੁੱਖ ਮੰਤਰੀ ਸਹਿਤ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਹੀ ਜਿਹੜਾ ਸਰਕਾਰੀ ਕੰਮਕਾਜ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਕਿ ਮੰਤਰੀ ਪ੍ਰੀਸ਼ਦ ਦਾ ਧੁਰਾ। ਹੁਣ ਤੁਸੀਂ ਇੱਥੇ ਮੰਤਰੀ ਪ੍ਰੀਸ਼ਦ ਨੂੰ ਧਿਆਨ ਨਾਲ ਸਮਝ ਲਿਓ। ਰਾਜ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਧਰਤਾ ਮੁੱਖ ਮੰਤਰੀ ਹੀ ਹੁੰਦਾ ਹੈ। ਠੀਕ ਹੈ, ਰਾਜ ਦਾ, ਸਟੇਟ ਦਾ। ਮੁੱਖ ਮੰਤਰੀ ਆਪਣੀ ਪਾਰਟੀ ਦਾ ਸਰਵਸ਼੍ਰੇਸ਼ਠ ਨੇਤਾ, ਵਿਧਾਨ ਸਭਾ ਸਰਕਾਰ ਦੀ ਅਗਵਾਈ ਕਰਨ ਵਾਲਾ ਅਤੇ ਰਾਜ ਦਾ ਸਿਰਕੱਢ ਨੇਤਾ ਹੁੰਦਾ ਹੈ। ਮੁੱਖ ਮੰਤਰੀ ਮੰਤਰੀ ਪ੍ਰੀਸ਼ਦ ਵਿੱਚ ਸੂਰਜ ਵਾਂਗ ਹੁੰਦਾ ਹੈ ਜਿਸ ਦੇ ਆਲੇ ਦੁਆਲੇ ਮੰਤਰੀ ਜਿਹੜੇ ਨੇ ਚੱਕਰ ਲਗਾਉਂਦੇ ਨੇ। ਠੀਕ ਹੈ, ਮੰਤਰੀਆਂ ਦੀ ਨਿਯੁਕਤੀ, ਉਹਨਾਂ ਦੇ ਵਿੱਚ ਵੰਡ ਰਾਜਪਾਲ ਮੁੱਖ ਮੰਤਰੀ ਦੀ ਸਿਫਾਰਿਸ਼ ਦੇ ਅਨੁਸਾਰ ਹੀ ਜਿਹੜਾ ਹੈ ਉਹ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਰਾਜ ਸਰਕਾਰ ਜਿਹੜਾ ਇਹ ਇੱਕ ਪੁਆਇੰਟ ਹੋਰ ਹੈ ਇੱਥੇ, ਮੁੱਖ ਮੰਤਰੀ ਰਾਜਪਾਲ ਅਤੇ ਮੰਤਰੀ ਪ੍ਰੀਸ਼ਦ ਵਿੱਚ ਇੱਕ ਕੜੀ ਦੀ ਭੂਮਿਕਾ ਨਿਭਾਉਂਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਸਾਈਡ ਮਿਨਿਸਟਰ ਆਪਣੇ ਮੁੱਖ ਮੰਤਰੀ ਹੈ। ਠੀਕ ਹੈ, ਇੱਧਰ ਰਾਜਪਾਲ ਹੈ ਅਤੇ ਇੱਧਰ ਮੰਤਰੀ ਪ੍ਰੀਸ਼ਦ ਹੈ। ਤਾਂ ਰਾਜਪਾਲ ਅਤੇ ਮੰਤਰੀ ਪ੍ਰੀਸ਼ਦ ਦੋਨਾਂ ਦੇ ਵਿਚਕਾਰ ਜਿਹੜਾ ਮੇਨ ਕੌਣ ਹੁੰਦਾ ਹੈ, ਇਹ ਹੁੰਦਾ ਹੈ ਆਪਣੇ ਕੋਲ ਮੁੱਖ ਮੰਤਰੀ, ਚੀਫ ਮਿਨਿਸਟਰ। ਇਹਦੀ ਗੱਲ ਇਹਦੇ ਤੱਕ ਪਹੁੰਚਾਉਂਦਾ ਹੈ, ਇਹਦੀ ਗੱਲ ਇਹਦੇ ਤੱਕ ਪਹੁੰਚਾਉਂਦਾ ਹੈ, ਯਾਨੀ ਕਿ ਜਿਹੜਾ CM ਹੈ ਆਪਣਾ, ਉਹ ਵਿਚਕਾਰ ਜਿਹੜਾ ਇੱਕ ਐਜ਼ ਅ ਕੜੀ ਦੇ ਰੂਪ ਵਿੱਚ ਕੰਮ ਕਰਦਾ ਹੈ। ਠੀਕ ਹੈ, ਰਾਜ ਸਰਕਾਰ ਅਧੀਨ ਉੱਚ ਨੌਕਰੀਆਂ ਦੀ ਨਿਯੁਕਤੀ ਵੀ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਦੇ ਨਾਲ ਹੀ ਕਰਦਾ ਹੈ। ਉਸ ਤੋਂ ਬਾਅਦ ਆ ਜਾਓ ਜੀ ਮੰਤਰੀ ਪ੍ਰੀਸ਼ਦ ਦੇ, ਕਾਊਂਸਲ ਆਫ ਮਿਨਿਸਟਰਸ। ਤਾਂ ਮੰਤਰੀ ਪ੍ਰੀਸ਼ਦ ਦੀ ਜੇ ਗੱਲ ਕਰੀਏ ਤਾਂ ਮੰਤਰੀ ਪ੍ਰੀਸ਼ਦ ਅਤੇ ਮੁੱਖ ਮੰਤਰੀ ਰਾਜ ਦੀ ਅਸਲੀ ਕਾਰਜਪਾਲਿਕਾ ਹੁੰਦੇ ਨੇ ਅਤੇ ਰਾਜਪਾਲ ਜਿਹੜਾ ਇਸ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ। ਰਾਜਪਾਲ ਆਪਣੀਆਂ ਵਿਵੇਕਸ਼ੀਲ ਸ਼ਕਤੀਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਸ਼ਾਸਨਿਕ ਕੰਮ ਜਿਹੜਾ ਮੰਤਰੀ ਪ੍ਰੀਸ਼ਦ ਦੀ ਸਲਾਹ ਅਨੁਸਾਰ ਹੀ ਕਰਦਾ ਹੈ। ਅਸਲ ਵਿੱਚ ਮੰਤਰੀ ਪ੍ਰੀਸ਼ਦ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ। ਮੁੱਖ ਮੰਤਰੀ ਦੀ ਸਿਫਾਰਿਸ਼ 'ਤੇ ਹੀ ਰਾਜਪਾਲ ਅਤੇ ਮੰਤਰੀ ਪ੍ਰੀਸ਼ਦ ਸ਼ਾਸਨ ਦਾ ਪ੍ਰਬੰਧ ਚਲਾਉਂਦੇ ਨੇ। ਮੁੱਖ ਮੰਤਰੀ ਦੀ ਸਿਫਾਰਿਸ਼ 'ਤੇ ਹੀ ਰਾਜਪਾਲ ਜਿਹੜਾ ਹੈ ਉਹ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਕਰਦੇ ਨੇ ਜਾਂ ਉਹਨਾਂ ਨੂੰ ਹਟਾਉਂਦੇ ਨੇ। ਠੀਕ ਹੈ, ਹੁਣ ਗੱਲ ਆਉਂਦੀ ਹੈ ਕਿ ਮੰਤਰੀ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੈ। ਤਾਂ ਇਸ ਦਾ ਜਿਹੜਾ ਕਾਰਜਕਾਲ ਉਹ ਨਿਸ਼ਚਿਤ ਨਹੀਂ ਹੁੰਦਾ ਹੈਗਾ। ਇਹ ਰਾਜਪਾਲ ਦੀ ਖੁਸ਼ੀ ਤੱਕ ਅਹੁਦੇ 'ਤੇ ਰਹਿੰਦੇ ਨੇ। ਠੀਕ ਹੈ, ਇਹਨਾਂ ਦਾ ਨਾ ਤਾਂ ਆਕਾਰ ਨਿਸ਼ਚਿਤ ਹੁੰਦਾ ਹੈ ਅਤੇ ਨਾ ਹੀ ਇਹਨਾਂ ਦਾ ਕਾਰਜਕਾਲ ਨਿਸ਼ਚਿਤ ਹੁੰਦਾ। ਸਧਾਰਨ ਤੌਰ 'ਤੇ ਮੰਤਰੀ ਪ੍ਰੀਸ਼ਦ ਵਿੱਚ ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਅਤੇ ਸੰਸਦੀ ਸਕੱਤਰ ਹੁੰਦੇ ਨੇ। ਠੀਕ ਹੈ, ਮੰਤਰੀ ਪ੍ਰੀਸ਼ਦ ਦਾ ਪ੍ਰਮੁੱਖ ਕਾਰਜ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣਾ ਹੁੰਦਾ ਹੈ। ਰਾਜ ਦੇ ਪ੍ਰਸ਼ਾਸਨ ਨੂੰ ਚਲਾਉਣ ਅਤੇ ਰਾਜ ਦੇ ਵਿਕਾਸ ਦੇ ਲਈ ਮੰਤਰੀ ਪ੍ਰੀਸ਼ਦ ਨੀਤੀਆਂ ਦਾ ਜਿਹੜਾ ਨਿਰਮਾਣ ਕਰਦੀ ਹੈ। ਠੀਕ ਹੈ, ਸੰਖੇਪ ਵਿੱਚ ਮੰਤਰੀ ਪ੍ਰੀਸ਼ਦ ਜਿਹੜੀ ਹੈ ਰਾਜ ਦੇ ਸ਼ਾਸਨ ਪ੍ਰਬੰਧ ਦਾ ਮੇਨ ਧੁਰਾ ਹੈ। ਦੇਖੋ ਤੁਸੀਂ ਸਮਝ ਲਓ, ਜਿਹੜਾ ਮੰਤਰੀ ਪ੍ਰੀਸ਼ਦ ਹੈ ਉਹੀ ਮੇਨ ਕੰਮ ਕਰਦਾ ਹੈ। ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ, ਰਾਜਪਾਲ ਦੀ ਤਾਂ ਸਿਰਫ ਇੱਕ ਨਾਮ ਵਾਲਾ ਕੰਮ ਹੈ ਵੀ ਉਹਦਾ ਨਾਮ ਚੱਲਦਾ ਹੈ ਅੱਗੇ। ਠੀਕ ਹੈ, ਤਾਂ ਇਹ ਹੈਗੀ ਸੀ ਜੀ ਆਪਣੇ ਕੋਲ ਮੰਤਰੀ ਪ੍ਰੀਸ਼ਦ। ਠੀਕ ਹੈ, ਆਪਾਂ ਨੇ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਬਾਰੇ ਦੋਨਾਂ ਬਾਰੇ ਪੜ੍ਹਿਆ। ਹੁਣ ਮੰਤਰੀ ਪ੍ਰੀਸ਼ਦ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੀ ਜੇ ਗੱਲ ਕਰੀਏ ਤਾਂ ਦੋਨਾਂ ਦੇ ਵਿੱਚ ਗੂੜਾ ਸੰਬੰਧ ਹੈ। ਵਿਧਾਨ ਪਾਲਿਕਾ ਦੇ ਮੈਂਬਰ ਹੀ ਮੰਤਰੀ ਪ੍ਰੀਸ਼ਦ ਦੇ ਮੈਂਬਰ ਬਣ ਸਕਦੇ ਨੇ। ਠੀਕ ਹੈ, ਵਿਧਾਨ ਸਭਾ ਦੇ ਮੈਂਬਰ ਜਿਹੜੇ ਨੇ ਮੰਤਰੀ ਪ੍ਰੀਸ਼ਦ ਕੋਲੋਂ ਰਾਜ ਦੇ ਪ੍ਰਸ਼ਾਸਨ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕਦੇ ਨੇ, ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਨੇ। ਮੰਤਰੀ ਪ੍ਰੀਸ਼ਦ ਨੂੰ ਆਪਣੀ ਨੀਤੀਆਂ ਪ੍ਰੋਗਰਾਮਾਂ ਦੇ ਲਈ ਵਿਧਾਨ ਸਭਾ ਤੋਂ ਪ੍ਰਵਾਨਗੀ ਜਿਹੜੀ ਆ ਉਹ ਲੈਣੀ ਪੈਂਦੀ ਹੈ। ਅੱਗੇ ਹੈਗਾ ਜੀ ਰਾਜ ਦੀ ਹਾਈ ਕੋਰਟ। ਹੁਣ ਆਪਾਂ ਨੇ ਵਿਧਾਨ ਪਾਲਿਕਾ ਪੜ੍ਹਿਆ, ਕਾਰਜਪਾਲਿਕਾ ਪੜ੍ਹਿਆ ਅਤੇ ਹੁਣ ਆਪਾਂ ਪੜ੍ਹਨ ਲੱਗਿਆ ਜੀ ਨਿਆਂਪਾਲਿਕਾ, ਜਿਸ ਦੇ ਵਿੱਚ ਰਾਜ ਦੀ ਹਾਈ ਕੋਰਟ ਆਉਂਦੀ ਹੈ। ਠੀਕ ਹੈ, ਹੁਣ ਇੱਕ ਗੱਲ ਹੋਰ ਹੈ, ਦੇਖੋ ਜਿਹੜੀ ਆਪਣੇ ਕੋਲ ਹੈਗੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਠੀਕ ਹੈ, ਉਹ ਦੋ ਰਾਜਾਂ ਦੀ ਹੈ ਆਪਣੇ ਕੋਲ। ਜਿਹੜੀ ਹਾਈ ਕੋਰਟ ਹੈ ਆਪਣੇ ਕੋਲ ਉਹ ਦੋ ਰਾਜਾਂ ਦੀ ਹੈ। ਕਿਹੜੀ? ਪੰਜਾਬ ਹੈ ਅਤੇ ਹਰਿਆਣਾ। ਇਹਨਾਂ ਦੋਹਾਂ ਦੀ ਇੱਕੋ ਉੱਚ ਅਦਾਲਤ ਹੈ, ਯਾਦ ਰੱਖਿਓ। ਠੀਕ ਹੈ, ਭਾਰਤ ਦੇ ਨਿਆਇਕ ਪ੍ਰਬੰਧ ਅਧੀਨ ਹਰੇਕ ਰਾਜ ਵਿੱਚ ਇੱਕ ਹਾਈ ਕੋਰਟ ਦੀ ਵਿਵਸਥਾ ਕੀਤੀ ਗਈ ਹੈ। ਸਧਾਰਨ ਤੌਰ 'ਤੇ ਇੱਕ ਰਾਜ ਦੇ ਲਈ ਇੱਕ ਹਾਈ ਕੋਰਟ ਹੁੰਦਾ ਹੈ, ਪਰੰਤੂ ਸੰਸਦ ਜਿਹੜੀ ਹੈ ਕਾਨੂੰਨ ਦੁਆਰਾ ਦੋ ਜਾਂ ਦੋ ਤੋਂ ਵੱਧ ਰਾਜਾਂ ਅਤੇ ਕੇਂਦਰੀ ਸ਼ਾਸਿਤ ਖੇਤਰਾਂ ਦੇ ਲਈ ਸਾਂਝੀ ਹਾਈ ਕੋਰਟ ਦੀ ਵਿਵਸਥਾ ਵੀ ਕਰ ਸਕਦਾ ਹੈ। ਜਿਸ ਤਰ੍ਹਾਂ ਕਿ ਪੰਜਾਬ ਐਂਡ ਹਰਿਆਣਾ ਦੇ ਵਿੱਚ ਸਾਂਝੀ ਹਾਈ ਕੋਰਟ ਹੈ ਨਾ, ਪੰਜਾਬ ਦੇ ਅਤੇ ਹਰਿਆਣਾ ਦੇ ਮਸਲੇ ਇੱਕੋ ਹਾਈ ਕੋਰਟ ਦੇ ਵਿੱਚ ਸੋਲਵ ਹੁੰਦੇ ਨੇ, ਉੱਚ ਅਦਾਲਤ ਦੇ ਵਿੱਚ। ਉਸੇ ਤਰ੍ਹਾਂ ਜਿਹੜੀ ਹੈ ਗੁਹਾਟੀ ਹਾਈ ਕੋਰਟ ਹੈ। ਠੀਕ ਹੈ, ਗੁਹਾਟੀ ਹਾਈ ਕੋਰਟ ਹੈ ਉਹ ਜਿਹੜੀ ਹੈ 6 ਸਟੇਟ ਦੀ ਹੈ। ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਨਾ, ਅਸਾਮ, ਮਣੀਪੁਰ, ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਦੀ ਵਿਵਸਥਾ ਜਿਹੜੀ ਹੈ ਸਥਾਪਿਤ ਕੀਤਾ ਗਈ। ਠੀਕ ਹੈ, ਯਾਨੀ ਕਿ ਗੁਹਾਟੀ ਹਾਈ ਕੋਰਟ ਜਿਹੜੀ ਹੈ ਉਹ 6 ਰਾਜਾਂ ਦੀ ਜਿਹੜੀ ਹੈ ਸਾਂਝੀ ਹਾਈ ਕੋਰਟ ਹੈ, ਯਾਦ ਰੱਖਿਓ। ਉਸ ਤੋਂ ਬਾਅਦ ਹੈ ਸੰਵਿਧਾਨ ਅਨੁਸਾਰ ਹਾਈ ਕੋਰਟ ਦੇ ਵਿੱਚ ਇੱਕ ਮੁੱਖ ਜੱਜ ਅਤੇ ਕੁਝ ਹੋਰ ਜੱਜ ਹੁੰਦੇ ਨੇ। ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਜਿਹੜੀ ਹੈ ਨਿਸ਼ਚਿਤ ਨਹੀਂ ਹੈਗੀ। ਜਿਸ ਤਰ੍ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਤਾਂ ਨਿਸ਼ਚਿਤ ਹੈ ਕਿ 25 ਜੱਜ ਹੁੰਦੇ ਨੇ, ਇੱਕ ਮੁੱਖ ਜੱਜ ਹੁੰਦਾ ਹੈ, ਲੇਕਿਨ ਹਾਈ ਕੋਰਟ ਦੇ ਵਿੱਚ ਕੋਈ ਨਿਸ਼ਚਿਤ ਨਹੀਂ ਹੁੰਦੀ ਹੈਗੀ। ਠੀਕ ਹੈ, ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਜਿਹੜੀ ਹੈ ਰਾਸ਼ਟਰਪਤੀ ਦੀ ਇੱਛਾ 'ਤੇ ਨਿਰਭਰ ਕਰਦੀ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਾਂ ਦੀ ਸੰਖਿਆ 26 ਹੈ, ਜਦਕਿ ਹਿਮਾਚਲ ਪ੍ਰਦੇਸ਼ ਦੇ ਹਾਈ ਕੋਰਟ ਵਿੱਚ ਕੇਵਲ 5 ਜੱਜ ਨੇ। ਠੀਕ ਹੈ, ਤਾਂ ਯਾਨੀ ਕਿ ਜਿਹੜਾ ਡਿਪੈਂਡ ਕਰਦਾ ਰਾਸ਼ਟਰਪਤੀ ਦੀ ਇੱਛਾ 'ਤੇ ਡਿਪੈਂਡ ਕਰਦਾ ਹੈ। ਉਸ ਤੋਂ ਬਾਅਦ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਨ ਸਮੇਂ ਰਾਸ਼ਟਰਪਤੀ ਭਾਰਤ ਦੇ ਮੁੱਖ ਜੱਜ ਅਤੇ ਰਾਜ ਦੇ ਗਵਰਨਰ ਦੀ ਜਿਹੜੀ ਹੈ ਸਲਾਹ ਲੈਂਦੇ ਨੇ। ਬਾਕੀ ਦੇ ਜੱਜਾਂ ਦੀ ਨਿਯੁਕਤੀ ਕਰਨ ਸਮੇਂ ਉਪਰੋਕਤ 2 ਅਧਿਕਾਰੀਆਂ ਤੋਂ ਇਲਾਵਾ ਰਾਸ਼ਟਰਪਤੀ ਦੁਆਰਾ ਹਾਈ ਕੋਰਟ ਦੇ ਮੁੱਖ ਜੱਜ ਦੀ ਜਿਹੜੀ ਹੈ ਸਲਾਹ ਲੈ ਲਈ ਜਾਂਦੀ ਹੈ।
ਹੁਣ ਕੁਐਸਚਨ ਆ ਗਿਆ ਕਿ ਹਾਈ ਕੋਰਟ ਦਾ ਜੱਜ ਬਣਨ ਦੇ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ। ਭਾਰਤ ਦਾ ਨਾਗਰਿਕ ਹੋਵੇ ਤੇ 10 ਸਾਲ ਕਿਸੇ ਅਧੀਨ ਅਦਾਲਤ ਦੇ ਵਿੱਚ ਜੱਜ ਰਿਹਾ ਹੋਵੇ ਜਾਂ ਕਿਸੇ ਹਾਈ ਕੋਰਟ ਦੇ ਵਿੱਚ 10 ਸਾਲ ਤੱਕ ਦੀ ਜਿਹੜੀ ਵਕਾਲਤ ਕਰੀ ਹੋਵੇ, ਠੀਕ ਹੈ, ਤਾਂ ਹੀ ਜਿਹੜਾ ਉਹ ਹਾਈ ਕੋਰਟ ਦਾ ਜੱਜ ਬਣਨ ਦੇ ਲਈ ਐਲੀਜੀਬਲ ਹੁੰਦਾ ਈ। ਤੇ ਜਿਹੜਾ 62 ਹਾਈ ਕੋਰਟ ਦਾ ਜੱਜ ਹੈ ਉਹ ਨਿਯੁਕਤ ਹੋਣ ਤੋਂ ਬਾਅਦ 62 ਸਾਲ ਦੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ ਹੈ। ਇਹ ਲਾਈਨ ਇੰਪੋਰਟੈਂਟ ਹੈ, ਕਿੰਨੇ ਸਾਲ ਤੱਕ? 62 ਸਾਲ ਤੱਕ, ਠੀਕ ਹੈ। ਉਸ ਤੋਂ ਬਾਅਦ ਹੈ ਉੱਚ ਅਦਾਲਤ ਕੋਲ ਕਿਹੜੀ ਪਾਵਰਸ ਨੇ ਹਾਈ ਕੋਰਟ ਕੋਲ? ਤਾਂ ਹਾਈ ਕੋਰਟ ਕੋਲ ਜਿਹੜੀ ਮੁੱਖ ਸ਼ਕਤੀਆਂ ਨੇ ਜਾਂ ਅਧਿਕਾਰ ਖੇਤਰ ਨੇ ਉਹ 3 ਤਰ੍ਹਾਂ ਦੇ ਨੇ, ਮੌਲਿਕ, ਅਪੀਲੀ, ਪ੍ਰਸ਼ਾਸਨਿਕ, ਜਿਸ ਤਰ੍ਹਾਂ ਕਿ ਆਪਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੜ੍ਹਿਆ ਸੀ। ਪਹਿਲਾ ਮੌਲਿਕ ਸ਼ਕਤੀ, ਹਾਈ ਕੋਰਟ ਨੂੰ ਕੁਝ ਮਹੱਤਵਪੂਰਨ ਮਾਮਲਿਆਂ 'ਤੇ ਮੌਲਿਕ ਸ਼ਕਤੀਆਂ ਪ੍ਰਾਪਤ ਨੇ। ਮੌਲਿਕ ਯਾਨੀ ਕਿ ਕੁਝ ਮਾਮਲਿਆਂ ਸੰਬੰਧੀ ਮੁਕੱਦਮੇ ਸਿੱਧੇ ਹਾਈ ਕੋਰਟ ਦੇ ਵਿੱਚ ਹੀ ਦਰਜ ਕੀਤੇ ਜਾਂਦੇ ਨੇ, ਜਿਵੇਂ ਕਿ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ, ਠੀਕ ਹੈ। ਤੇ ਹਾਈ ਕੋਰਟ ਜਿਹੜਾ 5 ਪ੍ਰਕਾਰ ਦੇ ਆਦੇਸ਼ਾਂ ਦੁਆਰਾ ਨਾਗਰਿਕ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਕਰਦੀ ਹੈ। ਸੰਵਿਧਾਨਿਕ ਉਲੰਘਣਾ ਵਾਲੇ ਮਾਮਲੇ ਸਿੱਧੇ ਹਾਈ ਕੋਰਟ ਦੇ ਵਿੱਚ ਲਿਜਾਏ ਜਾ ਸਕਦੇ ਨੇ, ਇਹ ਉਸਦੀ ਜਿਹੜੀ ਮੌਲਿਕ ਪਾਵਰ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਅਪੀਲੀ ਸ਼ਕਤੀ, ਹਾਈ ਕੋਰਟ ਨੂੰ ਆਪਣੇ ਅਧੀਨ ਅਦਾਲਤਾਂ ਦੇ ਫੈਸਲੇ ਵਿਰੁੱਧ 3 ਪ੍ਰਕਾਰ ਦੀਆਂ ਅਪੀਲਾਂ ਸੁਣਾਉਣ ਦਾ ਅਧਿਕਾਰ ਹੈ, ਦੀਵਾਨੀ, ਫੌਜਦਾਰੀ ਤੇ ਸੰਵਿਧਾਨਿਕ। ਦੀਵਾਨੀ ਅਪੀਲ ਕਿਹੜੀ ਹੁੰਦੀ ਹੈ? ਉਹਨਾਂ ਮਾਮਲੇ ਵਿੱਚ ਸੁਣਦੀ ਹੈ ਜਿਨ੍ਹਾਂ ਵਿੱਚ 5000 ਤੋਂ ਵੱਧ ਰਕਮ ਦਾ ਕੋਈ ਕੇਸ ਹੋਵੇ, ਠੀਕ ਹੈ, ਦੀਵਾਨੀ ਅਪੀਲ ਦੇ ਵਿੱਚ। ਫੌਜਦਾਰੀ ਅਪੀਲ ਉਸ ਨੂੰ ਕਹਿੰਦੇ ਨੇ ਜਿੱਥੇ ਹੇਠਲੀ ਅਦਾਲਤ ਨੇ ਕਿਸੇ ਦੋਸ਼ੀ ਨੂੰ 4 ਸਾਲ ਤੋਂ ਵੱਧ ਕੈਦ ਦੀ ਸਜ਼ਾ ਜਾਂ ਮੌਤ ਦੀ ਸਜ਼ਾ ਦਿੱਤੀ ਹੈ। ਸੰਵਿਧਾਨ ਦੀ ਉਲੰਘਣਾ ਦਾ ਪ੍ਰਸ਼ਨ ਜਾਂ ਵਿਆਖਿਆ ਦੇ ਪ੍ਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀਆਂ ਅਪੀਲਾਂ ਵੀ ਸਿੱਧੀਆਂ ਹਾਈ ਕੋਰਟ ਦੇ ਵਿੱਚ ਹੁੰਦੀਆਂ ਨੇ, ਜਿਹੜੀ ਕਿ ਸੰਵਿਧਾਨਿਕ ਅਪੀਲ ਦੇ ਵਿੱਚ ਆ ਜਾਂਦੇ ਨੇ, ਠੀਕ ਹੈ। ਤਾਂ 3 ਪ੍ਰਕਾਰ ਦੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ, ਤਾਂ 3 ਪ੍ਰਕਾਰ ਦੀਆਂ ਅਪੀਲਾਂ 'ਤੇ ਜਿਹੜੀ ਸੁਣਵਾਈ ਕੀਤੀ ਜਾਂਦੀ ਹੈ। ਅੱਗੇ ਹੈਗਾ ਜੀ ਪ੍ਰਸ਼ਾਸਨਿਕ ਸ਼ਕਤੀਆਂ, ਹਾਈ ਕੋਰਟ ਨੂੰ ਬਹੁਤ ਸਾਰੀਆਂ ਪ੍ਰਸ਼ਾਸਨਿਕ ਸ਼ਕਤੀਆਂ ਵੀ ਪ੍ਰਾਪਤ ਨੇ, ਠੀਕ ਹੈ, ਜਿਸ ਤਰ੍ਹਾਂ ਕਿ ਅਦਾਲਤਾਂ ਦੀ ਕਾਰਵਾਈ ਤੇ ਨਿਗਰਾਨੀ, ਪ੍ਰਸ਼ਾਸਨਿਕ ਸਾਰਾ ਕੰਟਰੋਲ ਜਿਹੜਾ ਹਾਈ ਕੋਰਟ ਰੱਖਦੀ ਹੈ। ਉਹਨਾਂ ਦੀ ਕਾਰਜ ਪ੍ਰਣਾਲੀ, ਰਿਕਾਰਡ, ਹਿਸਾਬ ਕਿਤਾਬ, ਸਾਰੇ ਨਿਯਮ ਜਿੰਨੇ ਵੀ ਨੇ ਉਹ ਹਾਈ ਕੋਰਟ ਬਣਾਉਂਦੀ ਹੈ, ਠੀਕ ਹੈ। ਤੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਮੁਕੱਦਮਿਆਂ ਦੀ ਅਦਲਾ ਬਦਲੀ ਵੀ ਜਿਹੜੀ ਹੈ ਹਾਈ ਕੋਰਟ ਹੀ ਕਰ ਸਕਦੀ ਹੈ। ਉਸ ਤੋਂ ਬਾਅਦ ਹੈ ਰਿਕਾਰਡ ਆਫ ਕੋਰਟ, ਹਾਈ ਕੋਰਟ ਨੂੰ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਕਿ ਕਿਹੜੀ ਕੋਰਟ ਹੈ ਜਿਸ ਨੂੰ ਕਿ ਰਿਕਾਰਡ ਕੋਰਟ ਮੰਨਿਆ ਜਾਂਦਾ ਹੈ? ਤਾਂ ਉਹ ਹੈਗੇ ਜੀ ਹਾਈ ਕੋਰਟ, ਠੀਕ ਹੈ। ਯਾਨੀ ਕਿ ਹਾਈ ਕੋਰਟ ਦੇ ਫੈਸਲੇ ਜਿਹੜੇ ਨੇ ਲਿਖਤ ਰੂਪ ਵਿੱਚ ਰਿਕਾਰਡ ਕੀਤੇ ਜਾਂਦੇ ਨੇ ਅਤੇ ਹੇਠਲੀਆਂ ਅਦਾਲਤਾਂ ਦੇ ਲਈ ਅਜਿਹੇ ਫੈਸਲੇ ਦ੍ਰਿਸ਼ਟਾਂਤ ਹੁੰਦੇ ਨੇ, ਯਾਨੀ ਕਿ ਇੱਕ ਮਾਰਗਦਰਸ਼ਕ ਦਾ ਕੰਮ ਕਰਦੇ ਨੇ, ਠੀਕ ਹੈ, ਜਿਨ੍ਹਾਂ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜੀਆਂ ਨੇ ਫੈਸਲਾ ਕੀਤੇ ਜਾਂਦੇ ਨੇ। ਇਹ ਹੈਗਾ ਰਿਕਾਰਡ ਕੋਰਟ। ਉਸ ਤੋਂ ਬਾਅਦ ਹੈ ਅਧੀਨ ਅਦਾਲਤ, ਅਧੀਨ ਕਿਹੜੀਆਂ ਨੇ ਹੁੰਦੀਆਂ ਨੇ? ਭਾਰਤ ਦੇ ਰਾਜਾਂ ਦੇ ਵਿੱਚ ਅਧੀਨ ਅਦਾਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਨੂੰ ਨਿਆਂ ਦਿਵਾਉਣ ਦੇ ਲਈ ਇਹਨਾਂ ਦੀ ਭੂਮਿਕਾ ਜਿਹੜੀ ਹੈ ਇੰਪੋਰਟੈਂਟ ਹੈ, ਇਸ ਲਈ ਲੋਕਾਂ ਦਾ ਇਹਨਾਂ ਅਦਾਲਤਾਂ 'ਤੇ ਜਿਹੜਾ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਿਲ੍ਹਾ ਪੱਧਰ 'ਤੇ ਸੈਸ਼ਨ ਜੱਜ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ, ਜਿਸ ਦਾ ਮੁਖੀ ਸੈਸ਼ਨ ਜੱਜ ਹੁੰਦਾ ਹੈ। ਸੈਸ਼ਨ ਜੱਜ ਦੀ ਨਿਯੁਕਤੀ ਰਾਜਪਾਲ ਹਾਈ ਕੋਰਟ ਦੇ ਮੁੱਖ ਜੱਜ ਦੀ ਸਲਾਹ ਦੇ ਨਾਲ ਹੀ ਕਰਦਾ ਹੈ, ਇਹ ਯਾਦ ਰੱਖਿਓ, ਠੀਕ ਹੈ। ਸੈਸ਼ਨ ਜੱਜ ਅਤੇ ਹੋਰ ਰਾਜ ਨਿਆਇਕ ਸੇਵਾ ਦੇ ਜੱਜ ਹਾਈ ਕੋਰਟ ਦੀ ਨਿਗਰਾਨੀ ਹੇਠ ਕੰਮ ਕਰਦੇ ਨੇ। ਸਾਰਾ ਹਾਈ ਕੋਰਟ ਜਿਹੜਾ ਹੈ ਇਹਨਾਂ ਜੱਜਾਂ ਨੂੰ ਕੰਟਰੋਲ ਦੇ ਵਿੱਚ ਰੱਖਦਾ। ਇਹਨਾਂ ਜੱਜਾਂ ਦੀਆਂ ਬਦਲੀਆਂ, ਤਰੱਕੀਆਂ, ਪ੍ਰਮੋਸ਼ਨਸ, ਸਾਰੇ ਫੈਸਲੇ ਜਿਹੜੀ ਹੈ ਹਾਈ ਕੋਰਟ ਕਰਦੀ ਹੈ, ਓਕੇ। ਉਸ ਤੋਂ ਬਾਅਦ ਹੈ ਜੀ ਲੋਕ ਅਦਾਲਤਾਂ। ਲੋਕ ਅਦਾਲਤਾਂ ਕਿਹੜੀਆਂ ਹੁੰਦੀਆਂ ਨੇ? ਗਰੀਬ, ਸ਼ੋਸ਼ਿਤ ਅਤੇ ਜਿਹੜੇ ਬਿਲਕੁਲ ਪਿਛੜੇ ਹੋਏ ਲੋਕ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਆਂ ਦਿਵਾਉਣ ਦੇ ਲਈ ਜਿਹੜੀਆਂ ਨੇ ਇੱਕ ਅਦਾਲਤਾਂ ਹੋਂਦ ਵਿੱਚ ਆਈਆਂ ਨੇ, ਜਿਸ ਨੂੰ ਕਿ ਲੋਕ ਅਦਾਲਤਾਂ ਕਹਿੰਦੇ ਨੇ। ਇਸ ਦੇ ਵਿੱਚ ਜਲਦੀ ਹੀ ਜਿਹੜਾ ਨਿਆਂ ਹੁੰਦਾ ਹੈ, ਠੀਕ ਹੈ। ਅਦਾਲਤਾਂ ਦੇ ਬਾਨੀ ਕੌਣ ਨੇ? ਤਾਂ ਮਾਣਯੋਗ ਮੁੱਖ ਨਿਆਂਧੀਸ਼ PN ਭਗਵਤੀ ਇਹਨਾਂ ਦੇ ਜਿਹੜੇ ਨੇ ਮੇਨ ਬਾਨੀ ਨੇ। ਜਦੋਂ ਗੁਜਰਾਤ ਹਾਈ ਕੋਰਟ ਦੇ ਮੁੱਖ ਜੱਜ ਸਨ ਤਾਂ ਉਹਨਾਂ ਨੇ ਗਰੀਬਾਂ ਅਤੇ ਦਲਿਤ ਲੋਕਾਂ ਦੇ ਲਈ ਮੁਫਤ ਕਾਨੂੰਨੀ ਸਹਾਇਤਾ ਦੀ ਯੋਜਨਾ ਬਣਾਈ ਸੀ। 6 ਅਕਤੂਬਰ 1985 ਨੂੰ ਪਹਿਲੀ ਲੋਕ ਅਦਾਲਤ ਦੀ ਮੀਟਿੰਗ ਜਿਹੜੀ ਹੈ ਦਿੱਲੀ ਵਿਖੇ ਹੋਈ। ਵੈਰੀ ਇੰਪੋਰਟੈਂਟ, ਪਹਿਲੀ ਲੋਕ ਅਦਾਲਤ ਕਦੋਂ ਹੋਈ ਸੀ? 6 ਅਕਤੂਬਰ 1985 ਨੂੰ। ਇਸ ਲੋਕ ਅਦਾਲਤ ਨੇ ਇੱਕ ਦਿਨ ਦੇ ਵਿੱਚ 150 ਹਾਦਸੇ ਝਗੜਿਆਂ ਨੂੰ ਮੁਆਵਜ਼ਾ ਦੇ ਕੇ ਜਿਹੜਾ ਇਹ ਖਤਮ ਕੀਤਾ ਸੀ। ਯਾਨੀ ਕਿ ਸਭ ਤੋਂ ਫਾਸਟ ਜਿਹੜਾ ਇਹ ਡਿਸੀਜਨ ਹੈ ਜਾਂ ਸਭ ਤੋਂ ਪਹਿਲੀ ਸੁਣਵਾਈ ਜਿਹੜੀ ਹੈ ਇਸ ਦੇ ਵਿੱਚ ਹੀ ਹੁੰਦੀ ਹੈ, ਯਾਦ ਰੱਖਿਓ। ਜੇਕਰ ਗੱਲ ਕਰੀਏ ਕਿ ਕੀ ਲੋਕ ਅਦਾਲਤਾਂ ਨੂੰ ਸ਼ੁਰੂ ਤੋਂ ਹੀ ਮਾਨਤਾ ਪ੍ਰਾਪਤ ਸੀ, ਤਾਂ ਨਹੀਂ। ਅਗਸਤ 1987 ਤੱਕ ਇਹਨਾਂ ਅਦਾਲਤਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਸੀ। ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਹੈ ਪ੍ਰਵਾਨਗੀ ਦਿੱਤੀ ਗਈ ਹੈ, ਠੀਕ ਹੈ। ਅਗਸਤ 1987 ਦੇ ਵਿੱਚ ਭਾਰਤੀ ਸੰਸਦ ਨੇ ਕਾਨੂੰਨੀ ਸੇਵਾਵਾਂ ਦੀਆਂ ਸੰਸਥਾਵਾਂ ਦਾ ਕਾਨੂੰਨ ਪਾਸ ਕੀਤਾ, ਜਿਸ ਦੇ ਅਧੀਨ 3 ਸੂਤਰੀ ਕਾਨੂੰਨੀ ਵਿਵਸਥਾ ਆਈਆਂ, ਜਿਸ ਦੇ ਵਿੱਚ ਇੱਕ ਰਾਸ਼ਟਰੀ ਕਾਨੂੰਨੀ ਸੇਵਾ ਸੰਸਥਾ, ਰਾਜ ਕਾਨੂੰਨੀ ਤੇ ਜ਼ਿਲ੍ਹਾ ਕਾਨੂੰਨੀ ਜਿਹੜੀ ਹੈ ਸੇਵਾ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ। ਉਸ ਤੋਂ ਬਾਅਦ ਹੈ ਕੇਂਦਰ ਅਤੇ ਰਾਜਾਂ ਦੇ ਸੰਬੰਧ। ਤਾਂ ਇਸ ਦੇ ਵਿੱਚ ਵੈਸੇ ਖਾਸ ਕੁਛ ਸਮਝਾਉਣ ਵਾਲਾ ਹੈ ਨਹੀਂ, ਲੇਕਿਨ ਫਿਰ ਵੀ ਚਲੋ ਆਪਾਂ ਪੜ੍ਹ ਲੈਂਦੇ ਹਾਂ। ਸੰਵਿਧਾਨ ਅਨੁਸਾਰ ਭਾਰਤ ਜਿਹੜੀ ਹੈ ਰਾਜਾਂ ਦੀ ਇੱਕ ਯੂਨੀਅਨ ਹੈ, ਠੀਕ ਹੈ। ਸੰਘ ਕੋਲ ਜ਼ਿਆਦਾ ਪਾਵਰਸ ਨੇ, ਯਾਨੀ ਕਿ ਕੇਂਦਰ ਕੋਲ, ਰਾਜ ਕੋਲ ਉਹਦੇ ਨਾਲੋਂ ਘੱਟ ਨੇ, ਠੀਕ ਹੈ। ਸੰਘਾਤਮਕ ਸਰਕਾਰ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਬਹੁਤ ਜ਼ਰੂਰੀ ਹੈ। ਭਾਰਤ ਦੇ ਸੰਵਿਧਾਨ ਦੇ 11ਵੇਂ ਤੇ 12ਵੇਂ ਭਾਗ ਦੇ ਵਿੱਚ ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਕਿ ਕਿਹੜੇ ਭਾਗ ਦੇ ਵਿੱਚ ਇਹਨਾਂ ਦਾ ਵਰਣਨ ਹੈ, ਤਾਂ ਇਹ 11ਵੇਂ ਤੇ 12ਵੇਂ ਭਾਗ ਦੇ ਵਿੱਚ ਹੈ, ਠੀਕ ਹੈ। ਇਹਨਾਂ ਦੇ ਸੰਬੰਧ 3 ਤਰ੍ਹਾਂ ਦੇ ਹੁੰਦੇ ਨੇ। ਪਹਿਲੇ ਨੇ ਵਿਧਾਨਿਕ ਸੰਬੰਧ। ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਅਨੁਸਾਰ ਵਿਸ਼ਿਆਂ ਨੂੰ 3 ਸੂਚੀਆਂ ਵਿੱਚ ਵੰਡਿਆ ਗਿਆ। ਇਹ ਆ ਗਈਆਂ ਉਹ ਸੂਚੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਸੀ। 3 ਸੂਚੀਆਂ: ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ। ਸੰਘ ਸੂਚੀ ਦੇ ਵਿੱਚ 97 ਵਿਸ਼ੇ ਸ਼ਾਮਿਲ ਹੁੰਦੇ ਨੇ, ਯਾਦ ਰੱਖਿਓ।
ਸੰਘ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਨੇ 97 ਯਾਨੀ ਕਿ 97 ਵਿਸ਼ਿਆਂ 'ਤੇ ਜਿਹੜੀ ਕੇਂਦਰੀ ਸਰਕਾਰ ਹੈ ਉਹ ਕਾਨੂੰਨ ਬਣਾ ਸਕਦੀ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਕਿ 97 ਵਿਸ਼ਿਆਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਜਿਸ ਤਰ੍ਹਾਂ ਕਿ ਵਿਦੇਸ਼ੀ ਸੰਬੰਧ ਹੋ ਗਏ, ਯੁੱਧ ਤੇ ਸ਼ਾਂਤੀ ਰਿਲੇਟਡ, ਰੇਲਵੇ ਦੇ ਰਿਲੇਟਡ, ਟੈਲੀਫੋਨ ਦੇ ਰਿਲੇਟਡ। ਠੀਕ ਹੈ, ਤਾਂ ਇਸ ਤਰ੍ਹਾਂ ਦੇ 97 ਵਿਸ਼ਿਆਂ 'ਤੇ ਬਣਾ ਸਕਦੀ ਹੈ। ਉਸ ਤੋਂ ਬਾਅਦ ਹੈ ਰਾਜ ਸੂਚੀ। ਰਾਜ ਸੂਚੀ ਦੇ ਵਿੱਚ 61 ਵਿਸ਼ੇ ਹੁੰਦੇ ਨੇ। ਠੀਕ ਹੈ, ਜਿਸ 'ਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਨੇ। ਇਹ ਵਿਸ਼ੇ ਕਿਹੜੇ ਨੇ, ਖੇਤੀਬਾੜੀ ਹੋ ਗਿਆ, ਜਨਤਕ ਸਿਹਤ, ਸੜਕਾਂ ਦੇ ਪੁਲ, ਜੇਲ੍ਹਾਂ, ਪ੍ਰਸ਼ਾਸਨ ਆਦਿ। ਓਕੇ, ਉਸ ਤੋਂ ਬਾਅਦ ਆਪਣੇ ਕੋਲ ਥਰਡ ਹੈਗੀ ਹੈ ਜੀ ਸਮਵਰਤੀ ਸੂਚੀ, ਜਿਸ ਦੇ ਵਿੱਚ 52 ਵਿਸ਼ੇ ਸ਼ਾਮਿਲ ਨੇ। 52 ਵਿਸ਼ਿਆਂ 'ਤੇ ਜਿਹੜੀ ਹੈ ਉਹ ਕੰਮ ਕਰਦੇ ਨੇ। ਕੌਣ ਕੌਣ ਕਰਦੇ ਨੇ ਇਸ ਦੇ ਵਿੱਚ, ਸਿੱਖਿਆ, ਪਰਿਵਾਰ ਹੋ ਗਿਆ, ਨਿਯੋਜਨ, ਨਾਪ ਤੋਲ, ਵਸੀਅਤ, ਤਲਾਕ, ਪ੍ਰੈਸ, ਮਜ਼ਦੂਰ ਕਲਿਆਣ, ਇਹ ਵਿਸ਼ੇ ਸ਼ਾਮਿਲ ਹੁੰਦੇ ਨੇ 52 ਦੇ ਵਿੱਚ। ਸੰਘ ਸੂਚੀ ਦੇ ਵਿੱਚ ਕਿੰਨੇ ਸੀਗੇ, ਸੰਘ ਸੂਚੀ ਦੇ ਵਿੱਚ 97 ਸੀ। ਠੀਕ ਹੈ, ਰਾਜ ਸੂਚੀ ਦੇ ਵਿੱਚ 61 ਨੇ ਤੇ ਸਮਵਰਤੀ ਸੂਚੀ ਦੇ ਵਿੱਚ 52 ਨੇ। ਠੀਕ ਹੈ, ਵਿਸ਼ੇ ਨੇ, ਇਸ 'ਤੇ ਕੇਂਦਰੀ ਸਰਕਾਰ ਬਣਾਊਗੀ, ਇਸ 'ਤੇ ਰਾਜ ਸਰਕਾਰ ਬਣਾਊਗੀ। ਇਸ ਦੇ ਬਾਰੇ ਆਪਾਂ ਅੱਗੇ ਹੁਣ ਪੜ੍ਹਨ ਲੱਗੇ ਹਾਂ। ਠੀਕ ਹੈ, ਤਾਂ 52 ਵਿਸ਼ੇ ਸ਼ਾਮਿਲ ਹੁੰਦੇ ਨੇ। ਇਹਨਾਂ ਵਿਸ਼ਿਆਂ 'ਤੇ ਦੋਨੋਂ ਹੀ ਕੰਮ ਕਰ ਸਕਦੇ ਆ। ਦੇਖੋ, ਇਹਨਾਂ ਵਿਸ਼ਿਆਂ 'ਤੇ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੋਵੇਂ ਹੀ ਕਾਨੂੰਨ ਬਣਾ ਸਕਦੀਆਂ ਨੇ। ਸੰਵਿਧਾਨ ਅਨੁਸਾਰ ਜੇਕਰ ਕੇਂਦਰ ਅਤੇ ਰਾਜ ਸਰਕਾਰ ਦਾ ਕਿਸੇ ਕਾਨੂੰਨ 'ਤੇ ਟਕਰਾਅ ਹੁੰਦਾ ਹੈ ਤਾਂ ਕੇਂਦਰ ਦਾ ਜਿਹੜਾ ਫੈਸਲਾ ਹੈ ਉਹ ਅੰਤਿਮ ਮੰਨਿਆ ਜਾਏਗਾ। ਤਾਂ ਇਸੇ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਨ ਜਿਹੜਾ ਪਾਵਰ ਹੈ ਉਹ ਕੇਂਦਰ ਕੋਲ ਹੀ ਹੈ। ਇਹਨਾਂ 3 ਸੂਚੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਸ਼ਕਤੀ ਬਚਦੀ ਹੈ ਤਾਂ ਉਹ ਕੇਂਦਰੀ ਸਰਕਾਰ ਨੂੰ ਜਿਹੜੀ ਹੈ ਸੌਂਪ ਦਿੱਤੀ ਜਾਂਦੀ ਹੈ। ਠੀਕ ਹੈ, ਸੈਕਿੰਡ ਹੈ ਜੀ ਪ੍ਰਸ਼ਾਸਨਿਕ ਸੰਬੰਧ। ਪ੍ਰਸ਼ਾਸਨਿਕ ਸੰਬੰਧ ਦੇ ਵਿੱਚ ਜੇ ਗੱਲ ਕਰੀਏ ਤਾਂ ਕੇਂਦਰੀ ਸਰਕਾਰ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ। ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰਾਂ ਦੇ ਪ੍ਰਸ਼ਾਸਨ 'ਤੇ ਕੇਂਦਰੀ ਸਰਕਾਰ ਦਾ ਜਿਹੜਾ ਪੂਰਾ ਕੰਟਰੋਲ ਹੁੰਦਾ ਹੈ। ਠੀਕ ਹੈ, ਤਾਂ ਉਹ ਪ੍ਰਸ਼ਾਸਨਿਕ ਸੰਬੰਧ ਹੋ ਗਏ। ਥਰਡ ਹੈਗਾ ਵਿੱਤੀ ਸੰਬੰਧ। ਵਿੱਤੀ ਸੰਬੰਧ ਜੇ ਗੱਲ ਕਰੀਏ ਤਾਂ ਸੰਘ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ 'ਤੇ ਕੇਂਦਰੀ ਸਰਕਾਰ, ਰਾਜ ਸੂਚੀ ਦੇ ਵਿੱਚ ਰਾਜ ਸਰਕਾਰਾਂ ਕਰ ਲਗਾਉਂਦੀਆਂ ਨੇ। ਠੀਕ ਹੈ, ਕੇਂਦਰੀ ਸਰਕਾਰ ਦੀ ਆਮਦਨ ਜਿਹੜੀ ਹੈ ਰਾਜ ਸਰਕਾਰਾਂ ਨਾਲੋਂ ਵੱਧ ਹੁੰਦੀ ਹੈ। ਕਿੱਥੇ ਹਰੇਕ ਰਾਜ ਨੇ ਆਪਣੇ ਵਿੱਚੋਂ ਕਰਨਾ, ਕਿੱਥੇ ਪੂਰੇ ਦੇਸ਼ ਦਾ ਹਾਰਿਆ ਇਹ ਕਰ, ਹੈ ਨਾ, ਤਾਂ ਜ਼ਿਆਦਾਤਰ ਤਾਂ ਫਿਰ ਉਹਦੇ ਕੋਲ ਹੀ ਹੋਊਗਾ। ਓਕੇ, ਭਾਰਤ ਦੇ ਸਾਰੇ ਰਾਜ ਜਿਹੜੇ ਨੇ ਵਿੱਤੀ ਸਹਾਇਤਾ ਦੇ ਲਈ, ਮੰਨ ਲਓ ਉਹਨੂੰ ਕੋਈ ਕਿਸੇ ਕਰਜ਼ੇ ਦੀ ਲੋੜ ਹੈ, ਕਿਸੇ ਪੈਸੇ ਦੀ ਲੋੜ ਹੈ ਕਿਸੇ ਸਟੇਟ ਨੂੰ, ਤਾਂ ਉਹ ਸਹਾਇਤਾ ਦੇ ਲਈ ਕੇਂਦਰ 'ਤੇ ਡਿਪੈਂਡ ਕਰਦੇ ਨੇ। ਠੀਕ ਹੈ, ਕਿਉਂਕਿ ਉਹਨਾਂ ਦਾ ਆਪਣੀ ਆਮਦਨ ਦੇ ਨਾਲ ਕਈ ਵਾਰੀ ਗੁਜ਼ਾਰਾ ਵੀ ਨਹੀਂ ਹੁੰਦਾ ਜਾਂ ਕੋਈ ਦਿੱਕਤ ਆ ਜਾਂਦੀ ਹੈ ਤਾਂ ਉਹ ਕੇਂਦਰੀ ਸਰਕਾਰ ਤੋਂ ਕਰਜ਼ਾ ਲੈਂਦੇ ਨੇ। ਸੰਵਿਧਾਨ ਦੇ ਅਨੁਸਾਰ ਰਾਜਾਂ ਨੂੰ ਗ੍ਰਾਂਟਾਂ ਦੇਣਾ, ਕਰਜ਼ੇ ਲੈਣ, ਰਾਸ਼ਟਰਪਤੀ ਵੱਲੋਂ ਵਿੱਤੀ ਸੰਕਟ ਦੀ ਘੋਸ਼ਣਾ ਕਰਨ, ਵਿੱਤੀ ਆਯੋਗ ਦੀ ਸਥਾਪਨਾ ਕਰਨ ਆਦਿ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਬਣਾਉਣ ਵਾਲਿਆਂ ਨੇ ਕੇਂਦਰ ਦੀ ਰਾਜਾਂ ਉੱਤੇ ਵਿੱਤੀ ਮਾਮਲਿਆਂ ਵਿੱਚ ਸ਼੍ਰੇਸ਼ਠਤਾ ਸਥਾਪਿਤ ਕੀਤੀ ਹੈ। ਠੀਕ ਹੈ, ਵਰਤਮਾਨ ਸਮੇਂ ਵਿੱਚ ਭਾਰਤ ਦੇ ਸਾਰੇ ਰਾਜਾਂ ਦਾ ਵਿਕਾਸ ਜਿਹੜਾ ਕੇਂਦਰ ਦੀ ਵਿੱਤੀ ਸਹਾਇਤਾ 'ਤੇ ਹੀ ਨਿਰਭਰ ਕਰਦਾ ਹੈ। ਸੰਖੇਪ ਵਿੱਚ ਜੇ ਗੱਲ ਕਰੀਏ ਤਾਂ ਕੇਂਦਰ ਨੂੰ ਵਿਧਾਨਿਕ, ਪ੍ਰਸ਼ਾਸਨਿਕ, ਵਿੱਤੀ ਖੇਤਰ ਵਿੱਚ ਵੱਧ ਸ਼ਕਤੀਸ਼ਾਲੀ ਹੈ। ਠੀਕ ਹੈ, ਬਾਕੀ ਜਿਹੜੇ ਰਾਜ ਸਰਕਾਰਾਂ ਨੇ ਉਸ ਦੇ ਵਿੱਚ ਵੀ ਪਾਵਰਸ ਨੇ, ਲੇਕਿਨ ਕੇਂਦਰ ਸਰਕਾਰ ਕੋਲ ਜ਼ਿਆਦਾ ਨੇ। ਠੀਕ ਹੈ, ਤਾਂ ਇਹ ਸੀਗਾ ਜੀ, ਦੇਖੋ ਅੱਜ ਦਾ ਚੈਪਟਰ ਕਿੰਨਾ ਜ਼ਿਆਦਾ ਇੰਟਰਸਟਿੰਗ ਸੀਗਾ। ਇਹ ਤੁਸੀਂ ਘਰ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈਗਾ, ਕਿਉਂਕਿ ਬਹੁਤ ਸਾਰੇ ਕੈਂਡੀਡੇਟਸ 100% ਸ਼ੋਰ ਹੈ ਕਿ ਕਨਫਿਊਜ਼ ਹੋਣਗੇ। ਕਨਫਿਊਜ਼ ਨਹੀਂ ਹੋਣਾ। ਠੀਕ ਹੈ, ਅਲੱਗ-ਅਲੱਗ ਕਰਕੇ ਪੜ੍ਹਿਓ, ਰਿਵੀਜ਼ਨ ਕਰੋ, ਵੱਧ ਤੋਂ ਵੱਧ ਪ੍ਰੋਪਰ ਤਰੀਕੇ ਨਾਲ ਯਾਦ ਕਰੋ। ਠੀਕ ਹੈ, ਹੁਣ ਆਪਾਂ ਇਸਦੇ MCQ ਸੋਲਵ ਕਰੀਏ। ਇਸਦੇ MCQ ਸੋਲਵ ਕਰਦੇ ਹਾਂ। ਠੀਕ ਹੈ, ਦੇਖਦੇ ਹਾਂ ਤੁਹਾਡੇ ਕਿੰਨੇ ਕੁ ਕੁਐਸਚਨ ਜਿਹੜੇ ਨੇ ਉਹ ਸਹੀ ਹੁੰਦੇ ਨੇ। ਹਾਂਜੀ, ਤਾਂ ਪਹਿਲਾ ਕੁਐਸਚਨ ਹੈ, ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚ 2 ਸਦਨੀ ਵਿਧਾਨ ਪਾਲਿਕਾ ਹੈ? ਦੱਸੋ ਜੀ। ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀ 6 ਰਾਜਾਂ ਦੇ ਵਿੱਚ, ਭਾਰਤ ਦੇ 6 ਰਾਜਾਂ ਦੇ ਵਿੱਚ 2 ਸਦਨੀ ਵਿਧਾਨ ਪਾਲਿਕਾ ਹੈ। ਨੈਕਸਟ ਕੁਐਸਚਨ ਹੈ, ਕਿਸੇ ਰਾਜ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਨੇ? ਤਾਂ ਹੇਠਲੇ ਸਦਨ ਨੂੰ ਕੀ ਕਹਾਂਗੇ? ਵਿਧਾਨ ਸਭਾ ਕਹਾਂਗੇ। ਠੀਕ ਹੈ, ਤਾਂ ਇਹਦਾ ਆਪਸ਼ਨ ਨੰਬਰ D ਇਹਦਾ ਰਾਈਟ ਆਨਸਰ ਹੈ। ਵਿਧਾਨ ਸਭਾ ਕਹਿੰਦੇ ਨੇ ਹੇਠਲੇ ਸਦਨ ਨੂੰ। ਕਿਸੇ ਰਾਜ ਦੇ ਹੇਠਲੇ ਸਦਨ ਨੂੰ ਵਿਧਾਨ ਸਭਾ ਕਹਾਂਗੇ, ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਹਾਂਗੇ। ਤੇ ਇਹਦੇ ਵਿੱਚ ਵਿਧਾਨ ਸਭਾ ਨਹੀਂ ਹੈਗਾ, ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ D। ਨੈਕਸਟ ਕੁਐਸਚਨ ਹੈ, ਕਿਸੇ ਰਾਜ ਦੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਨੇ? ਤਾਂ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਹਾਂਗੇ। ਨੈਕਸਟ ਕੁਐਸਚਨ ਹੈ, ਮੌਲਿਕ ਸੰਵਿਧਾਨ ਅਨੁਸਾਰ ਰਾਜ ਵਿਧਾਨ ਸਭਾ ਦੇ ਘੱਟੋ ਘੱਟ ਕਿੰਨੇ ਮੈਂਬਰ ਹੋ ਸਕਦੇ ਨੇ? ਤਾਂ ਘੱਟੋ ਘੱਟ ਕਿੰਨੇ ਮੈਂਬਰ ਹੋ ਸਕਦੇ ਨੇ? 60 ਮੈਂਬਰ। ਆਪਸ਼ਨ ਨੰਬਰ A ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ, ਪੰਜਾਬ ਵਿਧਾਨ ਸਭਾ ਦੇ ਕਿੰਨੇ ਮੈਂਬਰ ਨੇ? ਤਾਂ ਇਹ ਹੈਗੇ ਨੇ ਜੀ 117 ਮੈਂਬਰ। ਆਪਸ਼ਨ ਨੰਬਰ B ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ, ਵਿਧਾਨ ਸਭਾ ਦਾ ਮੈਂਬਰ ਬਣਨ ਦੇ ਲਈ ਕਿੰਨੀ ਉਮਰ ਚਾਹੀਦੀ ਹੈ? ਤਾਂ ਵਿਧਾਨ ਸਭਾ ਦਾ ਬਣਨ ਦੇ ਲਈ 25 ਸਾਲ ਚਾਹੀਦੀ ਹੈ। ਵਿਧਾਨ ਪ੍ਰੀਸ਼ਦ ਦਾ ਬਣਨ ਲਈ 30 ਸਾਲ ਚਾਹੀਦੀ ਹੈ। ਠੀਕ ਹੈ, ਤਾਂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ, ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਤਾਂ ਵਿਧਾਨ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈ, ਲੋਕ ਸਭਾ ਦੇ ਵਾਂਗ। ਠੀਕ ਹੈ, ਨੈਕਸਟ ਕੁਐਸਚਨ ਹੈ, ਰਾਜ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਦੇ ਲਈ ਕੀ ਕੋਰਮ ਹੁੰਦਾ ਹੈ? ਤਾਂ ਕੁੱਲ ਮੈਂਬਰਾਂ ਦਾ 1/10 ਭਾਗ ਜਿਹੜਾ ਇੱਕ ਕੋਰਮ ਨਿਸ਼ਚਿਤ ਕੀਤਾ ਗਿਆ ਹੈ। ਉਸ ਤੋਂ ਨੈਕਸਟ ਕੁਐਸਚਨ ਹੈ ਜੀ, ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ? ਤਾਂ ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ ਜੀ ਰਾਜਪਾਲ। ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ, ਰਾਜਪਾਲ ਬਣਨ ਦੇ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ ਰਾਜਪਾਲ ਬਣਨ ਦੇ ਲਈ ਜਿਹੜੀ ਘੱਟੋ ਘੱਟ ਉਮਰ ਹੈ ਉਹ 35 ਸਾਲ ਹੋਣੀ ਚਾਹੀਦੀ ਹੈ। ਠੀਕ ਹੈ, ਘੱਟੋ ਘੱਟ 35 ਸਾਲ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ, ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਤਾਂ ਇਹ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਹੈ, ਨਾਲੇ ਬਹੁਤ ਹੀ ਜ਼ਿਆਦਾ
ਈਜ਼ੀ ਹੈ ਬਹੁਤ ज़्यादा वारी मैं ਤੁਹਾਨੂੰ ਦੱਸ ਚੁੱਕੀ ਹਾਂ कि राज ਦੇ ਮੁੱਖ ਮੰਤਰੀ ਦੀ ਨਿਯੁਕਤੀ ਜਿਹੜੀ ਹੈ ਰਾਜਪਾਲ ਕਰਦਾ ਹੈ। ਨੈਕਸਟ ਕੁਐਸਚਨ ਹੈ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦਾ ਜਿਹੜਾ ਅਸਲ ਮੁਖੀ ਡੈਸ਼ ਹੁੰਦਾ ਹੈ। ਠੀਕ ਹੈ, ਰਾਸ਼ਟਰਪਤੀ ਸ਼ਾਸਨ ਦੇ ਦੌਰਾਨ। ਤਾਂ ਇਹਦਾ ਜਿਹੜਾ ਰਾਈਟ ਆਂਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ ਸੀ ਰਾਜਪਾਲ। ਠੀਕ ਹੈ, 12ਵੇਂ ਦਾ। ਨੈਕਸਟ ਕੁਐਸਚਨ ਹੈ ਕਿਸੇ ਰਾਜ ਨੂੰ ਸਧਾਰਨ ਤੌਰ 'ਤੇ ਕਿੰਨੇ ਸਮੇਂ ਦੇ ਲਈ ਸੰਕਟਕਾਲੀਨ ਘੋਸ਼ਣ ਕੀਤਾ ਜਾ ਸਕਦਾ ਹੈ। ਤਾਂ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ 6 ਮਹੀਨੇ ਹੋਣਾ ਚਾਹੀਦਾ ਹੈ। ਠੀਕ ਹੈ, 6 ਮਹੀਨੇ ਦਾ ਰਾਈਟ ਆਂਸਰ ਹੈ। ਜੇਕਰ 6 ਮਹੀਨੇ ਤੋਂ ਜ਼ਿਆਦਾ ਵੀ ਸੰਕਟਕਾਲੀਨ ਸਮਾਂ ਲੱਗਦਾ ਹੈ ਤਾਂ ਉਸ ਨੂੰ ਵੀ ਵਧਾਇਆ ਜਾ ਸਕਦਾ ਹੈ। ਠੀਕ ਹੈ, ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ। ਕੁਐਸਚਨ ਹੈ ਜੀ ਹਾਈ ਕੋਰਟ ਦਾ ਜੱਜ ਕਿੰਨੀ ਉਮਰ ਤੱਕ ਆਪਣੇ ਅਹੁਦੇ 'ਤੇ ਰਹਿ ਸਕਦਾ ਹੈ। ਵੈਰੀ ਇੰਪੋਰਟੈਂਟ, ਇਹ ਹੈਗਾ ਜੀ 62 ਸਾਲ ਤੱਕ। ਠੀਕ ਹੈ, ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 16ਵਾਂ ਚੰਡੀਗੜ੍ਹ ਸਥਿਤ ਹਾਈ ਕੋਰਟ ਕਿਹੜੇ ਦੋ ਰਾਜਾਂ ਦੇ ਲਈ ਹੈ। ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ, ਪੰਜਾਬ ਐਂਡ ਹਰਿਆਣਾ ਦੇ ਲਈ। ਨੈਕਸਟ ਕੁਐਸਚਨ ਛੇਤੀ ਨਿਆਂ ਦਿਵਾਉਣ ਦੇ ਲਈ ਕਿਹੜੀਆਂ ਅਦਾਲਤਾਂ ਦੀ ਸਥਾਪਨਾ ਹੁੰਦੀ ਹੈ। ਲੋਕ ਅਦਾਲਤਾਂ, ਹਾਈ ਕੋਰਟ, ਸੁਪਰੀਮ ਕੋਰਟ ਜਾਂ ਸੈਸ਼ਨ ਕੋਰਟ। ਤਾਂ ਛੇਤੀ ਨਿਆਂ ਦਿਵਾਉਣ ਦੇ ਲਈ ਕਿਹੜੀਆਂ ਅਦਾਲਤਾਂ ਦੀ ਸਥਾਪਨਾ ਹੁੰਦੀ ਹੈ। ਇਹ ਹੁੰਦੀ ਹੈ ਜੀ ਲੋਕ ਅਦਾਲਤਾਂ ਦੀ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜ਼ਿਆਦਾ ਜੇਕਰ ਜਲਦੀ ਡਿਸੀਜਨ ਚਾਹੀਦਾ ਹੈ, ਜਲਦੀ ਜੇਕਰ ਸੁਣਵਾਈ ਚਾਹੀਦੀ ਹੈ ਤਾਂ ਲੋਕ ਅਦਾਲਤਾਂ ਦੇ ਵਿੱਚ ਜਿਹੜੀ ਹੈ ਇਹਨਾਂ ਦਾ ਲੋਕ ਅਦਾਲਤਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਲਈ। ਨੈਕਸਟ ਕੁਐਸਚਨ ਹੈ ਦੇਸ਼ ਦੇ ਵਿੱਚ ਪਹਿਲੀ ਲੋਕ ਅਦਾਲਤ ਜਿਹੜੀ ਹੈ ਕਦੋਂ ਲਗਾਈ ਗਈ ਸੀ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ 6 ਅਕਤੂਬਰ 1985 ਨੂੰ। ਠੀਕ ਹੈ, 6 ਅਕਤੂਬਰ 1985 ਨੂੰ ਪਹਿਲੀ ਲੋਕ ਅਦਾਲਤ ਜਿਹੜੀ ਹੈ ਉਹ ਲਗਾਈ ਗਈ ਸੀ। ਨੈਕਸਟ ਕੁਐਸਚਨ ਹੈ ਜੀ ਕਾਨੂੰਨੀ ਸੇਵਾਵਾਂ ਦੀਆਂ ਸੰਸਥਾਵਾਂ ਦਾ ਕਾਨੂੰਨ ਕਦੋਂ ਪਾਸ ਹੋਇਆ ਸੀ। ਤਾਂ ਇਹ ਹੋਇਆ ਸੀ ਜੀ ਅਗਸਤ 1987 ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਸਹੀ ਆਂਸਰ ਹੈ। ਨੈਕਸਟ ਕੁਐਸਚਨ ਤੇ ਅੱਜ ਦੀ ਵੀਡੀਓ ਦਾ ਇਹ ਲਾਸਟ ਕੁਐਸਚਨ ਹੈ ਕੁਐਸਚਨ ਨੰਬਰ 20 ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ 85 26 70 ਜਾਂ ਨਿਸ਼ਚਿਤ ਨਹੀਂ ਹੈ। ਤਾਂ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਜਿਹੜੀ ਹੈ ਉਹ ਨਿਸ਼ਚਿਤ ਨਹੀਂ ਹੈਗੀ। ਠੀਕ ਹੈ, ਆਪਸ਼ਨ ਨੰਬਰ ਡੀ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਨਿਸ਼ਚਿਤ ਨਹੀਂ ਹੈਗੀ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ। ਠੀਕ ਹੈ, ਤਾਂ ਇਹ ਸੀਗੇ ਜੀ ਅੱਜ ਦੇ MCQ। ਇਸ ਦੇ ਨਾਲ ਹੀ ਆਪਣੀ ਜਿਹੜੀ ਪੋਲੀਟੀ ਆ ਉਹ ਸਾਰੀ ਕਵਰ ਹੋ ਚੁੱਕੀ ਹੈ। ਨੈਕਸਟ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਉਸ ਦੇ ਵਿੱਚ ਆਪਾਂ ਟੌਪ 50 MCQ ਸੋਲਵ ਕਰਾਂਗੇ ਸਿਰਫ ਔਰ ਸਿਰਫ ਪੋਲੀਟੀ ਦੇ। ਠੀਕ ਹੈ, ਜਿਸ ਦੇ ਵਿੱਚ ਕਿ ਸਾਰੇ ਹੀ ਚੈਪਟਰ ਜਿੰਨੇ ਵੀ ਸਿਲੇਬਸ ਦੇ ਵਿੱਚ ਨੇ ਸਾਰੇ ਚੈਪਟਰਾਂ ਦੇ ਵਿੱਚੋਂ 50 ਕੁਐਸਚਨ ਜਿਹੜੇ ਨੇ ਉਹ ਰੱਖੇ ਜਾਣਗੇ ਤੇ ਉਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿੰਨੇ ਕੁ ਲੈਵਲ ਦੀ ਤੁਹਾਡੀ ਪੋਲੀਟੀ ਦੀ ਤਿਆਰੀ ਹੋ ਚੁੱਕੀ ਹੈ। ਇਹ ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦਿੰਦੀ ਹਾਂ। ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਤੇ ਇੱਕ ਗੱਲ ਹੋਰ ਹੈ, ਦੇਖੋ ਹਿਸਟਰੀ ਦੀਆਂ ਸਾਰੀ ਕਲਾਸਿਸ ਕੰਪਲੀਟ ਹੋ ਚੁੱਕੀਆਂ ਨੇ। ਠੀਕ ਹੈ, ਪਲੇਲਿਸਟ ਬਣੀ ਹੋਈ ਹੈ ਹਿਸਟਰੀ ਦੀ, ਤੁਸੀਂ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਪੰਜਾਬੀ ਦੀ ਵੀ ਸਾਰੀਆਂ ਕਲਾਸਿਸ ਬਿਲਕੁਲ ਰੈਡੀ ਨੇ। ਠੀਕ ਹੈ, ਤੁਸੀਂ ਜਦੋਂ ਮਰਜ਼ੀ ਜਾ ਕੇ ਪੰਜਾਬੀ ਦਾ ਸਿਲੇਬਸ ਜਿਹੜਾ ਆਪਣਾ ਤਿਆਰ ਕਰ ਸਕਦੇ ਹੋ। ਉਸ ਤੋਂ ਬਾਅਦ ਹਿੰਦੀ ਦੀ ਆਪਾਂ ਨਾਲ ਦੀ ਨਾਲ ਹੁਣ ਕੰਟੀਨਿਊ ਕਰਾਂਗੇ। ਠੀਕ ਹੈ, ਕਿਉਂਕਿ ਹਿੰਦੀ ਦੀ ਸਿਰਫ 2 ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ। ਠੀਕ ਹੈ, ਸਟਾਰਟਿੰਗ ਦੇ ਵਿੱਚ ਆਈ ਥਿੰਕ ਪਹਿਲੇ 2 ਚੈਪਟਰ ਹੀ ਕਰਾਏ ਨੇ। ਹੁਣ ਆਪਾਂ ਨੈਕਸਟ ਜਿਹੜੀ ਹੈ ਹਿੰਦੀ ਦੀ ਵੀ ਕੰਟੀਨਿਊ ਕਰਾਂਗੇ ਤੇ ਇਸ ਦੇ ਨਾਲ ਹੀ ਪੋਲੀਟੀ ਤੋਂ ਬਾਅਦ ਹੁਣ ਜਿਓਗ੍ਰਾਫੀ ਸਟਾਰਟ ਕਰਾਂਗੇ। ਠੀਕ ਹੈ, ਤਾਂ ਕਿ ਆਪਣਾ ਘੱਟੋ ਘੱਟ SST ਦਾ ਜਿਹੜਾ ਸਿਲੇਬਸ ਆ ਉਹ ਕਵਰ ਹੋ ਜਾਵੇ। ਤੇ ਇਸ ਦੇ ਨਾਲ ਹੀ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੈ ਜਾਂ ਨਹੀਂ। ਕੋਈ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦਿਆ ਕਰੋ ਜ਼ਰੂਰ। ਠੀਕ ਹੈ, ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ। ਜਿੰਨੇ ਵੀ ਤੁਹਾਡੇ ਸੰਗੀ ਸਾਥੀ ਹੈਗੇ ਨੇ ਜਿਹੜੇ ETT 5994 ਦੀ ਤਿਆਰੀ ਕਰ ਰਹੇ ਨੇ, ਜਿੰਨੇ ਵੀ ਗਰੁੱਪਸ ਦੇ ਵਿੱਚ ਤੁਸੀਂ ਜੁੜੇ ਹੋਏ ਹੋ, ਜ਼ਰੂਰ ਆਪਣੇ ਚੈਨਲ ਦਾ ਲਿੰਕ ਸ਼ੇਅਰ ਕਰਿਆ ਕਰੋ। ਠੀਕ ਹੈ, ਵੀਡੀਓਜ਼ ਦੇ ਲਿੰਕ ਸ਼ੇਅਰ ਕਰਿਆ ਕਰੋ। ਜਿੰਨਾ ਕੁ ਜ਼ਿਆਦਾ ਤੁਸੀਂ ਸ਼ੇਅਰ ਕਰੋਗੇ ਉਨਾ ਕੁ ਜ਼ਿਆਦਾ ਜਿਹੜੀ ਆਪਾਂ ਨੂੰ ਸਪੋਰਟ ਮਿਲਦੀ ਹੈ ਤਾਂ ਉਨੇ ਕੀ ਲੈਵਲ 'ਤੇ ਆਪਾਂ ਜਿਹੜੀ ਹੈ ਤਿਆਰੀ ਕਰਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਹਾਂ। ਠੀਕ ਹੈ, ਤਾਂ ਇਹ ਸੀਗੀ ਜੀ ਅੱਜ ਦੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।